ਊਧਮ ਸਿੰਘ ਨੂੰ ਇੱਕ ਗੁੱਸਾ ਆਇਆ, ਰੋਹ ਭਰਿਆ ਕਿ ਇਹ ਕੀ ਹੋ ਰਿਹਾ। ਸਾਰੇ ਹੀ ਇਨਕਲਾਬੀ ਸ਼ਹੀਦਾਂ, ਦੇਸ਼ ਭਗਤਾਂ ਦੇ ਜੋ ਸੁਪਨੇ ਸੀ ਉਹਦੇ ਤੋਂ ਉਲਟ ਅੱਜ ਦੇ ਹਾਕਮ ਹਿੰਦੁਸਤਾਨ ਨੂੰ ਹਜ਼ਾਰਾਂ ਹੀ ਸਾਲ ਪੁਰਾਣਾ ਜੋ ਹਿੰਦੁਸਤਾਨ ਸੀ ਉਹ ਮਨੂਵਾਦ ਦਾ, ਉਸ ਮਨੂਵਾਦ 'ਤੇ ਲਿਆ ਕੇ ਖੜਾ ਕਰਨਾ ਚਾਹੁੰਦੇ ਆ। ਹਿੰਦੁਸਤਾਨ ਦੇ ਵਿੱਚ ਜੋ ਇਸ ਵੇਲੇ ਗਦਰ ਮਚਾਇਆ ਹਕੂਮਤਾਂ ਵੱਲੋਂ, ਜੋ ਤਹਿਸ਼ ਨਹਿਸ਼ ਦੀਆਂ ਨੀਤੀਆਂ ਲਗਾਤਾਰ, ਸੋ ਇਹਦਾ ਕਾਰਨ ਇਹ ਆ ਕਿ ਅਸੀਂ ਉਹ ਮਹਾਨ ਸੂਰਮਿਆਂ ਦੀ ਸੋਚ, ਉਹਨਾਂ ਦੇ ਅਮਲਾਂ ਨੂੰ ਅਸੀਂ ਆਪਣੇ ਮਨ ਮਸਤਕ ਦੇ ਵਿੱਚ ਸਮੋ ਨਹੀਂ ਸਕੇ। ਕਦੀ ਕੋਈ ਮੰਤਰੀ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਵੱਡਾ ਲੀਡਰ ਉਹ ਗਦਰ ਜਿਹੜੇ ਅੰਦਰ ਫੋਟੋ ਲੱਗੀਆਂ ਹੋਈਆਂ ਨੇ ਉਹਨਾਂ ਨਾਲ ਅੱਖ ਨਹੀਂ ਮਿਲਾ ਸਕਦਾ, ਨੀਵੀਂ ਪਾ ਕੇ ਲੰਘਦੇ। ਕਿਉਂਕਿ ਉਹਨਾਂ ਨੂੰ ਪਤਾ ਵੀ ਕਿਹੜੇ ਸੁਪਨਿਆਂ ਲਈ ਇਹ ਕੁਰਬਾਨੀਆਂ ਦਿੱਤੀਆਂ ਸੀ। ਇਹ ਹੋ ਕੇ ਰਿਹਾ ਮੁਲਕ 'ਚ। ਉਹ ਜਲਿਆਂਵਾਲੇ ਦੀ ਮਿੱਟੀ ਖੂਨ ਨਾਲ ਜਿਸ ਨੇ ਸੀ ਰੰਗੀ ਹਾਕਮੋ, ਓ ਪਿਆ ਥੋੜਾ ਡਵੈਰ ਠੋਕਿਆ ਓਏ ਫਰੰਗੀ ਹਾਕਮੋ, ਓ ਪਿਆ ਥੋੜਾ ਡਵੈਰ ਠੋਕਿਆ ਓਏ ਫਰੰਗੀ ਹਾਕਮੋ। 1947 ਦੇ ਵਿੱਚ ਭਾਰਤ ਆਜ਼ਾਦ ਹੁੰਦਾ ਆ ਤੇ ਉਸ ਆਜ਼ਾਦੀ ਤੋਂ ਪਹਿਲਾਂ 1947 ਤੱਕ ਪਹੁੰਚਣ ਦੇ ਲਈ ਬਹੁਤ ਸਾਰੀਆਂ ਕੁਰਬਾਨੀਆਂ ਸਾਡੇ ਆਜ਼ਾਦੀ ਘੁਲਾਟੀਆਂ ਦੇ ਵੱਲੋਂ ਦਿੱਤੀਆਂ ਗਈਆਂ। ਇਹਨਾਂ ਕੁਰਬਾਨੀਆਂ ਦੇ ਵਿੱਚ ਇੱਕ ਨਾਮ ਊਧਮ ਸਿੰਘ ਦਾ ਵੀ ਜੁੜਦਾ ਆ, ਜਿਹਨੇ ਇੰਗਲੈਂਡ ਦੇ ਵਿੱਚ ਜਾ ਕੇ ਮਾਈਕਲ ਉਡਵਾਇਰ ਨੂੰ ਕਤਲ ਕੀਤਾ, ਕਿਉਂਕਿ ਜਲਿਆਂਵਾਲੇ ਬਾਗ ਦੇ ਵਿੱਚ ਜੋ ਕੁਝ ਹੋਇਆ ਵਾਪਰਿਆ ਸੀ 13 ਅਪ੍ਰੈਲ 1919 ਨੂੰ, ਉਸ ਸਭ ਦਾ ਬਦਲਾ ਲਿਆ ਗਿਆ। ਔਰ ਜੋ ਕੁਝ ਜਨਰਲ ਡਾਇਰ ਨੇ ਕੀਤਾ ਸੀ ਉੱਥੇ, ਉਸ ਸਭ ਨੂੰ ਜਸਟੀਫਾਈ ਕੀਤਾ ਸੀ ਮਾਈਕਲ ਉਡਵਾਇਰ ਨੇ। ਇਸ ਕਰਕੇ ਮਾਈਕਲ ਉਡਵਾਇਰ ਨੂੰ ਕਤਲ ਕਰਕੇ ਊਧਮ ਸਿੰਘ ਨੇ ਉਸ ਘਟਨਾਕ੍ਰਮ ਦਾ ਬਦਲਾ ਲਿਆ ਸੀ। ਅੱਜ ਉਹਨਾਂ ਦਾ ਸ਼ਹੀਦੀ ਦਿਨ ਹੈ, ਕਿਉਂਕਿ 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ ਸੀ। ਜਦੋਂ ਅਸੀਂ ਅੱਜ ਉਹਨਾਂ ਦੇ ਸ਼ਹੀਦੀ ਦਿਨ ਦੀ ਗੱਲ ਕਰਦੇ ਹਾਂ, ਕਿੰਨਾ ਕੁ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਸੁਪਨਿਆਂ ਦੀ ਬਾਂਹ ਸਾਡੀਆਂ ਸਰਕਾਰਾਂ ਜਾਂ ਲੋਕਾਂ ਨੇ ਫੜੀ ਹੈ, ਕਿੰਨੂੰ ਕੁ ਫਿਕਰ ਉਹਨਾਂ ਦੇ ਫਿਕਰ ਨਾਲ ਜੋੜੀ ਹੈ, ਇਹਦੇ ਬਾਰੇ ਚਰਚਾ ਕਰਨੀ ਬਣਦੀ ਹੈ। ਸ਼ਹੀਦ ਊਧਮ ਸਿੰਘ ਹੋਰਾਂ ਦਾ ਅੱਜ ਸ਼ਹੀਦੀ ਦਿਨ ਮਨਾਇਆ ਜਾ ਰਿਹਾ ਔਰ ਇਸ ਵੇਲੇ ਸਾਡੇ ਨਾਲ ਕਾਮਰੇਡ ਚਰਨਜੀ ਲਾਲ ਕੰਗਣੀਵਾਲ ਮੌਜੂਦ ਨੇ, ਜਿਹੜੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਬਕਾਇਦਾ ਜਿਹੜੀਆਂ ਕਿਤਾਬਾਂ ਨੇ, ਲਾਇਬ੍ਰੇਰੀ ਆ, ਉਹਦੀ ਸਾਂਭ ਸੰਭਾਲ ਵੀ ਕਰਦੇ ਨੇ, ਉਹਦੇ ਵੱਲ ਧਿਆਨ ਵੀ ਰੱਖਦੇ ਨੇ, ਅਤੇ ਨਾਲ ਦੀ ਨਾਲ ਇੱਕ ਬਹੁਤ ਵੱਡੇ ਸਕਾਲਰ ਵੀ ਹੈ। ਇਹਨਾਂ ਸ਼ਹੀਦਾਂ ਦੀ ਜੀਵਨੀ ਨੂੰ ਲੈ ਕੇ, ਉਹਨਾਂ ਦੀਆਂ ਕੁਰਬਾਨੀਆਂ ਨੂੰ ਲੈ ਕੇ ਬਹੁਤ ਕੁਝ ਆਪ ਵੀ ਲਿਖ ਚੁੱਕੇ ਆ ਅਤੇ ਬਹੁਤ ਕੁਝ ਪੜ੍ਹ ਵੀ ਚੁੱਕੇ ਆ। ਚਰਨਜੀ ਲਾਲ ਜੀ, ਊਧਮ ਸਿੰਘ ਹੋਰਾਂ ਦਾ ਅੱਜ ਸ਼ਹੀਦੀ ਦਿਨ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਅਤੇ ਬਹੁਤ ਸਾਰੇ ਸਵਾਲ ਉੱਠਦੇ, ਬਹੁਤ ਸਾਰੀਆਂ ਗੱਲਾਂ ਉੱਠਦੀਆਂ। ਇੱਕ ਤਾਂ ਮੋਟੀ ਜਿਹੀ ਗੱਲ ਇਹ ਵੀ ਉੱਠਦੀ ਹੈ ਕਿ ਜਦੋਂ ਅਸੀਂ ਉਹਨਾਂ ਦੇ ਨਾਮ ਦੀ ਗੱਲ ਕਰਦੇ ਨਾ, ਕਿ ਊਧਮ ਸਿੰਘ ਉਹਨਾਂ ਦਾ ਨਾਮ ਸੀ, ਇੱਕ ਨਾਮ ਹੋਰ ਉਹਨਾਂ ਦਾ ਨਿਕਲ ਕੇ ਆਉਂਦਾ ਆ, ਮੁਹੰਮਦ ਸਿੰਘ ਆਜ਼ਾਦ, ਜਿਹੜਾ ਉਹਨਾਂ ਦੀ ਕਿਤਾਬ ਦੇ ਫੋਟੋ ਦੇ ਪਿੱਛੇ ਵੀ ਉਹਨਾਂ ਨੇ ਦਸਤਖਤ ਕੀਤੇ ਹੋਏ ਆਪ। ਅਤੇ ਉਹਦੇ ਵਿੱਚ ਇੱਕ ਹੋਰ ਨੁਕਤਾ ਜੋੜ ਦਿੱਤਾ ਜਾਂਦਾ, ਕਹਿੰਦੇ ਮੁਹੰਮਦ ਸਿੰਘ ਆਜ਼ਾਦ ਨਹੀਂ ਸੀ, ਉਹ ਰਾਮ ਮੁਹੰਮਦ ਆਜ਼ਾਦ ਸੀਗਾ। ਇਹ ਕੁੰਡੀ ਕੀ ਆ, ਅਸਲ ਕੀ ਆ? ਮੈਂ ਜਿਹੜੀ ਓਰੀਜਨਲ ਫੋਟੋ ਦੇਖਦਾ ਜਦੋਂ, ਤੇ ਉਹਦੇ ਵਿੱਚ ਤਾਂ ਮੁਹੰਮਦ ਸਿੰਘ ਆਜ਼ਾਦ ਹੀ ਇਕੱਲਾ ਲਿਖਿਆ ਹੋਇਆ ਹੈ। ਇਹ ਦੇਖੋ, ਜਿਹੜੀ ਜਦੋਂ ਇਹੋ ਜਿਹੇ ਨਾਇਕ ਦੇ ਸੰਬੰਧ ਵਿੱਚ ਗੱਲ ਕਰੀਏ ਤਾਂ ਇਹ ਦੇਖਣਾ ਪੈਂਦਾ ਕਿ ਐਡਾ ਵੱਡਾ ਇਨਕਲਾਬੀ, ਕਿਉਂਕਿ ਜਦੋਂ ਕਿ ਉਹ ਭਗਤ ਸਿੰਘ ਹੋਣਾ ਤੋਂ ਇੰਸਪਾਇਰ ਊਧਮ ਸਿੰਘ ਹੋਏ ਆ, ਅਤੇ ਉਦੋਂ 30 ਕਰੋੜ ਆਬਾਦੀ ਸੀ ਹਿੰਦੁਸਤਾਨ ਦੀ ਅਤੇ 3 ਕਰੋੜ ਆਬਾਦੀ ਸੀ ਇੰਗਲੈਂਡ ਦੀ। ਇੰਗਲੈਂਡ ਨੇ ਦੁਨੀਆ ਦੇ ਬਹੁਤੇ ਰਕਬੇ ਨੂੰ ਆਪਣਾ ਗੁਲਾਮ ਉਦੋਂ ਬਣਾਇਆ ਹੋਇਆ ਸੀ। ਇਹੋ ਜਿਹੇ ਹਾਲਾਤਾਂ 'ਚ ਇੱਕ ਮਾਮੂਲੀ ਜਿਹਾ
ਘਰ 'ਚੋਂ ਘਰ ਵੀ ਨਹੀਂ ਰਿਹਾ, ਮਾਂ ਪਿਓ ਬਚਪਨ 'ਚ ਮਾਰੇ ਜਾਂਦੇ ਆ ਅਤੇ ਅਨਾਥ ਆਸ਼ਰਮ ਪਿੰਗਲਵਾੜਾ ਅੰਮ੍ਰਿਤਸਰ ਤੋਂ ਹੀ ਇਹਨਾਂ ਦੀ ਪਾਲਣ ਪੋਸ਼ਣ ਅਤੇ ਵਿੱਦਿਆ ਦਾ ਸਬੱਬ ਬਣਦਾ। ਅਤੇ ਇਹ ਗੁੜਤੀ ਆ ਸੋਚਣ ਵਾਲੀ ਗੱਲ। ਅਤੇ ਗੁੜਤੀ ਦੇ ਵਿੱਚੋਂ ਨਿਕਲਿਆ ਜਾਤ ਪਾਤ ਤੋਂ ਰਹਿਤ, ਫਿਰਕੂ ਧੜੇਬੰਦੀਆਂ ਤੋਂ ਰਹਿਤ, ਇੱਕ ਖਾਲਸ ਵਿਚਾਰਧਾਰਾ ਦਾ ਹਾਮੀ ਰਾਮ ਮੁਹੰਮਦ ਆਜ਼ਾਦ। ਇਹ ਕੌਨਸੈਪਟ ਆ, ਇਸ ਕੌਨਸੈਪਟ ਦੀ ਮਹਾਨਤਾ ਜਿਹੜੀ ਇਹਦੇ ਵਿੱਚ ਛੁਪੀ ਆ। ਅਸੀਂ ਮਨਾਉਂਦੇ ਹਾਂ ਦਿਨ ਦਿਹਾੜ ਤਿਉਹਾਰ ਇਹਨਾਂ ਸੂਰਮਿਆਂ ਦੇ, ਪਰ ਉਹਨਾਂ ਦੇ ਜਿਹੜੇ ਲਕਸ਼, ਉਹਨਾਂ ਦੀ ਸੋਚ, ਉਹ ਸੋਚ ਦੇ ਉੱਤੇ ਅਧਿਐਨ ਕਰਨ ਦਾ ਔਰ ਉਹਦੇ 'ਤੇ ਕੁਛ ਅਮਲ ਕਰਨ ਦਾ ਅਸੀਂ ਤਵੱਕੋ ਜਿਹੜੀ ਆ ਉਹ ਘੱਟ ਹੀ ਕੀਤੀ ਆ ਅਤੇ ਘੱਟ ਹੀ ਕਰਦੇ ਹਾਂ। ਇਹੋ ਹੀ ਕਾਰਨ ਆ ਅੱਜ ਹਿੰਦੁਸਤਾਨ ਦੀ ਜਿਹੜੀ ਦੁਰਦਸ਼ਾ, ਹਿੰਦੁਸਤਾਨ ਦੇ ਵਿੱਚ ਜੋ ਇਸ ਵੇਲੇ ਗਦਰ ਮਚਿਆ ਆ ਹਕੂਮਤਾਂ ਵੱਲੋਂ, ਜੋ ਤੈਸ਼ ਨੈਸ਼ ਦੀਆਂ ਨੀਤੀਆਂ ਲਗਾਤਾਰ। ਸੋ ਇਹਦਾ ਕਾਰਨ ਇਹ ਆ ਕਿ ਅਸੀਂ ਉਹ ਮਹਾਨ ਸੂਰਮਿਆਂ ਦੀ ਸੋਚ, ਉਹਨਾਂ ਦੇ ਅਮਲਾਂ ਨੂੰ ਅਸੀਂ ਆਪਣੇ ਮਨ ਮਸਤਕ ਦੇ ਵਿੱਚ ਸਮੋ ਨਹੀਂ ਸਕੇ, ਉਹਨੂੰ ਗ੍ਰਹਿਣ ਨਹੀਂ ਕਰ ਸਕੇ। ਸੋ ਉਹ ਸੀ ਕਿ ਮੇਰੀ ਕੋਈ ਜਾਤ ਨਹੀਂ, ਮੈਂ ਮੁਹੰਮਦ ਵੀ ਹਾਂ, ਰਾਮ ਵੀ ਹਾਂ ਅਤੇ ਸਿੰਘ ਵੀ ਹਾਂ। ਸੋ ਸੈਕੂਲਰ ਆਈਡੀਓਲੋਜੀ, ਜਾਤ ਪਾਤ ਤੋਂ ਰਹਿਤ, ਜਿਹੜਾ ਗੁਰਬਾਣੀ ਵੀ ਬੜੀ ਵਿਸਥਾਰ, ਸਾਰੀ ਗੁਰਬਾਣੀ ਦੇ ਵਿੱਚ ਜਿਹੜਾ ਉਦੇਸ਼ ਆ ਉਹ ਜਾਤ ਪਾਤ ਧਰਮਾਂ ਤੋਂ ਰਹਿਤ ਹੀ ਆ, ਪਰ ਨਹੀਂ ਹੋ ਰਿਹਾ, ਉਲਟ ਰਿਹਾ ਸਮਾਜ ਦੇ ਵਿੱਚ। ਸਮਾਜ ਉਲਟ ਡਾਇਰੈਕਸ਼ਨ 'ਚ ਜਾ ਰਿਹਾ। ਕੁੱਲ ਮਿਲਾ ਕੇ ਕਹਿ ਸਕਦੇ ਜਿਹੜਾ ਸੁਨੇਹਾ ਉਹਨਾਂ ਨੇ ਦੇਣ ਦੀ ਕੋਸ਼ਿਸ਼ ਕੀਤੀ ਸੀ ਆਪਣੇ ਨਾਮ ਦੇ ਜ਼ਰੀਏ, ਉਹ ਸਾਰਥਕ ਹੁੰਦਾ ਨਜ਼ਰ ਨਹੀਂ ਆ ਰਿਹਾ ਇਸ ਵੇਲੇ ਸਮਾਜ, ਨਜ਼ਰ ਨਹੀਂ ਆ ਰਿਹਾ। ਨਾ ਕੋਈ ਇਹਦੇ 'ਤੇ ਇਹਦਾ ਗਹਿਨ ਅਧਿਐਨ ਕਰਨ ਦੀ ਕੋਈ ਕੋਸ਼ਿਸ਼ ਕਰਦਾ ਆ, ਕੋਈ ਫਿਕਰ ਨਹੀਂ, ਬਸ ਚੱਲ ਰਿਹਾ ਸਿਲਸਿਲਾ। ਉਹ ਮਹਾਨ, ਮੈਨੂੰ ਇਸ ਗੱਲ ਦੀ ਹੈਰਾਨੀ ਆ ਭਈ ਜਦੋਂ ਦੇਖੋ 1900 ਸ਼ਹੀਦ ਭਗਤ ਸਿੰਘ ਉਹਨਾਂ ਦੇ ਨਾਲ ਇਹਨਾਂ ਦੀ ਗਹਿਰੀ ਮਿੱਤਰਤਾ ਹੀ ਚਿੱਠੀ ਪੱਤਰ ਰਾਹੀਂ ਹੁੰਦੀ ਰਹਿੰਦੀ ਸੀ। ਮਨ 'ਚ ਸੀ ਉਹ ਜ਼ਾਲਮ ਉਡਵਾਇਰ। ਹੁਣ ਜ਼ਾਲਮ ਉਡਵਾਇਰ ਜਿਹੜਾ ਪੰਜਾਬ ਦਾ, ਸਾਂਝੇ ਪੰਜਾਬ ਦਾ, ਪਸ਼ਾਵਰ ਤੋਂ ਲੈ ਕੇ ਦਿੱਲੀ ਤੱਕ ਸਾਂਝਾ ਪੰਜਾਬ ਹੁੰਦਾ ਸੀ 47 ਤੋਂ ਪਹਿਲਾਂ, ਉਸ ਪੰਜਾਬ ਦਾ ਲੈਫਟੀਨੈਂਟ ਗਵਰਨਰ ਹੋਲੀ ਸੋਲੀ, ਅੱਜ ਵੀ ਗਵਰਨਰ, ਉਸ ਵਿਧਾ 'ਤੇ ਹੀ ਸਾਡਾ ਚੱਲ ਰਿਹਾ ਸਿਲਸਿਲਾ ਹਿੰਦੁਸਤਾਨ ਦਾ, ਅੱਜ ਵੀ ਗਵਰਨਰ ਆ ਪੰਜਾਬ ਦੇ। ਉਹਦੀ ਖਾਸੀਅਤ ਉਡਵਾਇਰ ਦੀ ਹਥਿਆਰ ਦੇ ਵਿੱਚ ਬੜੀ ਮਾਣ ਸਿਖਾਣੇ ਦੇ ਤੌਰ 'ਤੇ ਆ। ਜਲ੍ਹਿਆਂਵਾਲੇ ਬਾਗ ਦੀ ਤਾਂ ਘਟਨਾ ਹੈ ਹੀ ਹੈ, ਜਿੱਥੋਂ ਊਧਮ ਸਿੰਘ ਨੂੰ ਇੱਕ ਗੁੱਸਾ ਆਇਆ, ਰੋਹ ਭਰਿਆ ਕਿ ਇਹ ਕੀ ਹੋ ਰਿਹਾ। ਪਰ ਜਦੋਂ ਅਸੀਂ ਉਡਵਾਇਰ ਜਦੋਂ 1913 'ਚ ਬਣ ਕੇ ਆਉਂਦਾ ਅਤੇ ਉਹਦੇ ਤੋਂ ਬਾਅਦ ਅਸੀਂ 20 ਤੱਕ ਲੈ ਜਾਈਏ ਤਾਂ ਉਹ ਜੋ ਇੱਥੇ ਖੂਨੀ, ਜਿਹਨੂੰ ਕਹਿ ਲਈਏ ਖੂਨੀ ਦਰਿਆ ਵਗਾਉਣ ਦੀ ਕੋਸ਼ਿਸ਼ ਕੀਤੀ ਲੋਕਾਂ ਦੇ ਖੂਨ ਨੂੰ, ਗਦਰ ਪਾਰਟੀ ਦਾ ਇਤਿਹਾਸ, ਜੋ ਜਿਹਦੇ ਨਾਲ ਉਹਨ ਜਿੱਦਾਂ ਵਰਤਾਅ ਕੀਤਾ ਉਡਵਾਇਰ ਨੂੰ, ਕਾਲੇ ਪਾਣੀਆਂ 'ਚ ਪੰਜਾਬ ਦੇ ਵਿੱਚ ਸੈਂਟਰ ਜੇਲ੍ਹ ਲਾਹੌਰ ਦੇ ਵਿੱਚ ਮੁਕੱਦਮੇ ਚਲਾ ਕੇ ਨਾ ਫਰਿਆਦ ਨਾ ਅਪੀਲ, ਫਾਹੇ ਲਾ ਦਿਓ, ਕਾਲੇ ਪਾਣੀ, ਉਮਰ ਕੈਦਾਂ, ਜ਼ਿਆਦਾ। ਸੋ ਇਹ ਇੱਕ ਇਤਿਹਾਸ ਆ 1913 ਤੋਂ ਲੈ ਕੇ 1917-18 ਤੱਕ ਗਦਰ ਮੂਵਮੈਂਟ ਦਾ ਲਹੂ ਭਿੰਨਾ ਇਤਿਹਾਸ, ਜਿਹਦਾ ਪੜ੍ਹ ਕੇ ਰੌਂਗਟੇ ਖੜ੍ਹੇ ਹੁੰਦੇ ਗਦਰੀ ਬਾਬਿਆਂ ਦੇ। ਸੋ ਉਹ ਜੋ ਇਤਿਹਾਸ ਆ, ਉਹਨ ਜੋ ਊਧਮ ਸਿੰਘ 'ਤੇ ਗਹਿਰੀ ਛਾਪ ਲਾਈ, ਅੱਜ ਦੇ ਇਤਿਹਾਸਕਾਰ ਇਸ ਕਰਕੇ ਉਹਨੂੰ ਗਦਰੀ ਲਿਖਣ ਲੱਗ ਪਏ। ਪਰ ਮੈਂ ਗਦਰੀ ਕਿਉਂਕਿ ਗੈਪ ਆ ਗਦਰ ਮੂਵਮੈਂਟ ਦਾ, ਔਰ ਪੰਜਾਬ ਦੇ ਵਿੱਚ ਜਲ੍ਹਿਆਂਵਾਲਾ ਬਾਗ, ਅਤੇ ਫਿਰ ਅੱਗੋਂ ਭਗਤ ਸਿੰਘ ਦੀ ਭਾਰਤ ਨੌਜਵਾਨ ਸਭਾ, ਅਤੇ ਅੱਗੋਂ ਸ਼ਹੀਦ ਊਧਮ ਸਿੰਘ। ਮੈਂ ਕਿਉਂਕਿ ਗੈਪ ਆ, ਮੈਂ ਗਦਰੀ ਬਾਬਾ ਨਹੀਂ ਕਹਿ ਸਕਦਾ। ਉਹ ਦੌਰ ਦੇ ਹੀ
ਜੋ ਸਾਡੇ ਦੇਸ਼ ਭਗਤ ਕੁਰਬਾਨੀਆਂ ਵਾਲੇ ਸੀ ਉਹ ਗਦਰੀ ਬਾਬੇ ਸੀ। ਗਦਰੀ ਬਾਬੇ ਅਸੀਂ ਉਹਨਾਂ ਨੂੰ ਮਾਰ ਕਰਦੇ ਆ, ਉਹਨਾਂ ਨੂੰ ਤਸਲੀਮ ਕਰਦੇ ਆ ਜਿਹੜੇ ਜਵਾਨੀ ਦੇ ਵਿੱਚ ਜੇਲ੍ਹਾਂ 'ਚ ਸੱਟ ਦਿੱਤੇ ਅਡਵਾਇਰ ਨੇ। ਤੇ ਕਾਲੇ ਪਾਣੀ ਦੀਆਂ ਜੇਲ੍ਹਾਂ ਕੋਈ ਜਾ ਨਹੀਂ ਸੀ ਸਕਦਾ, ਉੱਥੇ ਕੋਈ ਮਿਲਣ ਨਹੀਂ ਸੀ ਜਾ ਸਕਦਾ ਘਰ ਦਾ। ਇਸ ਕਰਕੇ ਪੰਜਾਬ ਦੀ ਇੱਕ ਮੈਂ ਦੱਸਦਾ ਗੱਲ, ਕਿਉਂਕਿ ਸਾਡਾ ਪੇਂਡੂ ਸੱਭਿਆਚਾਰ ਸਮਾਜਿਕ ਤਾਣਾ ਬਾਣਾ ਇੱਦਾਂ ਦਾ ਸੀ ਕਿ ਜਦੋਂ ਘਰ ਦੇ ਪਿੰਡ ਵਾਲੇ ਸੁਣਦੇ ਸੀ ਵੀ ਫਲਾਨਿਆਂ ਦੇ ਮੁੰਡੇ ਨੂੰ ਉਮਰ ਕੈਦ ਜਾਇਦਾਦ ਜ਼ਬਤ ਤੇ ਕਾਲੇ ਪਾਣੀਆਂ ਨੂੰ ਹੁਣ ਭੇਜ ਦੇਣਾ ਫੈਸਲਾ ਹੋ ਗਿਆ ਲਾਹੌਰ 'ਚ। ਇਹ ਫੈਸਲਾ ਲਾਹੌਰ 'ਚ ਹੀ ਹੁੰਦਾ ਸੀ। ਲੋਕ ਵਿਹੜੇ ਤੇ ਰਿਸ਼ਤੇਦਾਰ ਇਕੱਠੇ ਹੁੰਦੇ ਸੀ, ਰੋਂਦੇ ਸੀ, ਪਿੱਟਦੇ ਸੀ, ਉਹਦਾ ਭੋਗ ਪਾ ਲੈਂਦੇ ਸੀ। ਉਹ ਲਾਹੌਰ ਤੋਂ ਕਾਲੇ ਪਾਣੇ ਨੂੰ ਗੱਡੀ 'ਚ ਲੈ ਕੇ ਗਏ ਆ ਕਿ ਲਿਜਾਣਾ ਆ ਇਹਦਾ ਨਹੀਂ ਸੀ। ਉਹਨਾਂ ਨੂੰ ਚਲਾ ਗਿਆ ਸੁਨੇਹਾ ਘਰ ਵਾਲਿਆਂ ਨੂੰ ਵੀ ਇਹਨੂੰ ਉਮਰ ਕੈਦ ਕਾਲੇ ਪਾਣੀ ਅੰਡੇਮਾਨ ਜੇਲ੍ਹ 'ਚ ਫੈਸਲਾ ਹੋ ਗਿਆ। ਉਹ ਜੀਂਦੇ ਦਾ ਹੀ ਭੋਗ ਪਾ ਕੇ ਪਿੱਟ ਸਿਆਪਾ ਕਰ ਲੈਂਦੇ। ਇਹ ਕਹਿ ਸਕਦੇ ਕਿ ਉਹ ਚੀਜ਼ਾਂ ਜੇ ਦੇਖੀਆਂ ਹੋਣਗੀਆਂ ਜਾਂ ਸੁਣੀਆਂ ਹੋਣਗੀਆਂ, ਉਹਨਾਂ ਦੀ ਛਾਪ ਜਿਹੜੀ ਆ ਊਧਮ ਸਿੰਘ ਹੋਰਾਂ ਦੇ ਉੱਤੇ ਪੈਂਦੀ ਹੈ, ਔਰ ਉਹ ਉਸ ਤੋਂ ਬਾਅਦ ਹੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰਦੀਆਂ ਨੇ। ਇਹਦੇ ਵਿੱਚ ਇੱਕ ਜੋ ਮੇਰਾ ਅਧਿਐਨ ਆ, ਗਦਰੀ ਅਸੀਂ ਤਾਂ ਕਹਿੰਦੇ ਆ ਕਿ ਉਹ ਸਾਰਾ ਕੁਛ ਦਾ ਅਸਰ ਊਧਮ ਸਿੰਘ 'ਤੇ ਹੋਇਆ। ਅੱਗੋਂ ਜਦੋਂ ਅਕਾਲੀ ਮੂਵਮੈਂਟ ਸ਼ੁਰੂ ਹੁੰਦੀ ਆ, ਉਹਦੇ 'ਤੇ ਵੀ ਤਸ਼ੱਦਦ ਬਹੁਤ ਹੋਇਆ। ਗੁਰਦੁਆਰਾ ਸੁਧਾਰ ਲਹਿਰ, ਭਗਤ ਸਿੰਘ ਦੀ ਬਵਰ ਅਕਾਲੀ ਲਹਿਰ 'ਤੇ ਇਹ ਸਾਰੇ ਦੇ ਵਿੱਚੋਂ ਨਿਕਲ ਗਿਆ ਊਧਮ ਸਿੰਘ। ਮੈਂ ਮਾਫ ਕਰਨਾ ਤੁਹਾਨੂੰ ਰੋਕ ਰਿਹਾ, ਇੱਕ ਚੀਜ਼ ਮੈਂ ਨੁਕਤਾ ਜ਼ਰੂਰ ਜਾਣਨਾ ਚਾਹੁੰਦਾ ਕਿ ਲੰਬਾ ਸਮਾਂ ਚਰਚਾ ਚੱਲਦੀ ਰਹੀ ਕਿ ਸ਼ਹੀਦ ਦੀਆਂ ਜਿਹੜੀਆਂ ਅਸਥੀਆਂ ਨੇ ਉਹ ਉੱਥੇ ਇੰਗਲੈਂਡ ਦੇ ਵਿੱਚ ਪਈਆਂ, ਕਿਉਂਕਿ ਫਾਂਸੀ 1940 ਦੇ ਵਿੱਚ ਉੱਥੇ ਹੀ ਦਿੱਤੀ ਗਈ ਸੀਗੀ ਮਾਈਕਲ ਅਡਵਾਇਰ ਨੂੰ ਮਾਰਨ ਤੋਂ ਬਾਅਦ। ਤੇ ਅਸਥੀਆਂ ਜਦੋਂ ਆਉਂਦੀਆਂ ਇੱਥੇ ਕਿੱਦਾਂ ਦਾ ਮਾਹੌਲ ਸੀ, ਕਿਉਂਕਿ ਤੁਸੀਂ ਉਹ ਦੌਰ ਨੂੰ ਦੇਖਿਆ ਵੀ ਹੋਇਆ ਦੌਰ ਦੇ। ਮੈਂ ਦੇਖੋ ਮੂਵਮੈਂਟ 'ਚ ਲੇਬਰ ਕਲਾਸ 'ਚ ਮੈਂ ਆਇਆ ਸੀ ਉਦੋਂ 70 'ਚ, ਤਾਂ 75 'ਚ ਮੈਨੂੰ ਪਤਾ ਵੀ ਗਿਆਨੀ ਜੈਲ ਸਿੰਘ ਦੀ ਸਰਕਾਰ 73 'ਚ ਬਣਦੀ ਆ ਕਾਂਗਰਸ ਦੀ। ਲੋਕ ਰੋਹ ਮੂਵਮੈਂਟਾਂ ਚੱਲਦੀਆਂ ਸੀ ਤੇ ਕਿਉਂਕਿ ਸਿਆਸਤ ਇੱਕ ਆਪਣਾ ਢੰਗ ਦੇ ਨਾਲ ਚੱਲਦੀ ਆ, ਤਾਂ ਲੋਕਾਂ ਨੂੰ ਖੁਸ਼ ਕਰਨ ਲਈ ਗਿਆਨੀ ਜੈਲ ਸਿੰਘ ਨੇ ਕਿ ਊਧਮ ਸਿੰਘ ਦੀਆਂ ਆਸਤੀਆਂ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਾਸਤਰ ਤੇ ਉਹ ਕੁਛ ਚੀਜ਼ਾਂ ਵਸਤੂਆਂ ਇਹ ਵੀ ਲਿਆਂਦੀਆਂ ਸੀ ਇੰਗਲੈਂਡ ਤੋਂ, ਤੇ ਇਹ ਵੀ ਲਿਆਂਦੀਆਂ ਗਈਆਂ ਸੀ। ਮੈਨੂੰ ਯਾਦ ਆ 75 ਕੁ ਦੇ ਕਰੀਬ, ਤੇ ਉਹਨਾਂ ਦਾ ਜਲੂਸ ਵੀ ਕੱਢਿਆ ਗਿਆ ਸੀ ਬਾਜ਼ਾਰਾਂ ਦੇ ਵਿੱਚ ਦੀ। ਤੇ ਪਿਸਤੌਲ ਜਿਹਦੇ ਨਾਲ ਅਡਵਾਇਰ ਦਾ ਖਾਤਮਾ ਕੀਤਾ ਉਹ ਹਜੇ ਵਿੱਚ ਹੀ ਲੱਟ ਗਿਆ ਕੰਮ। ਕਈ ਵਾਰੀ ਗੱਲਾਂ ਹੁੰਦੀਆਂ ਵੀ ਲੈ ਆਉਣਾ ਜਾਂ ਇੱਦਾਂ, ਸੋ ਵਿੱਚ ਹੀ ਆ ਆਸਤੀਆਂ ਲਿਆਂਦੀਆਂ ਗਈਆਂ। ਤੇ ਇੱਕ ਚੀਜ਼ ਹੋਰ ਮੈਂ ਜਾਣਨੀ ਚਾਹੁੰਦਾ ਕਿ ਊਧਮ ਸਿੰਘ ਹੋਰਾਂ ਦੇ ਮਨ ਦੇ ਉੱਤੇ ਛਾਪ ਪੈਂਦੀ ਆ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਦੀ, ਉਹਨਾਂ ਦੇ ਉੱਤੇ ਛਾਪ ਪੈਂਦੀ ਆ ਜੋ ਭਗਤ ਸਿੰਘ ਹੋਰਾਂ ਦੇ ਫਲਸਫੇ ਦੀ ਪੈਂਦੀ ਹੈ, ਨਾਲ ਜੋ ਜਲਿਆਂਵਾਲੇ ਕਾਂਡ ਦੇ ਵਿੱਚ ਵਾਪਰਦਾ ਉਹਦੀ ਛਾਪ ਪੈਂਦੀ ਹੈ। ਲੱਗਦਾ ਹੈ ਕਿ ਜੋ ਕੁਝ ਦੇਖਿਆ ਉਹਨਾਂ ਨੇ ਹੰਢਾਇਆ, ਉਸ ਤੋਂ ਬਾਅਦ ਜਿਹਦਾ ਕਰਕੇ ਉਹਨਾਂ ਨੇ ਮੁਲਕ ਨੂੰ ਆਜ਼ਾਦ ਕਰਵਾਉਣ ਦੇ ਲਈ ਕੁਰਬਾਨੀ ਦਿੱਤੀ, ਜਾਂ ਜਿਹੜਾ ਗੁੱਸਾ ਉਹਨਾਂ ਨੇ ਇੰਗਲੈਂਡ ਦੇ ਵਿੱਚ ਜਾ ਕੇ ਕੱਢਿਆ ਕਿ ਤੁਸੀਂ ਸਾਡੇ ਲੋਕਾਂ ਨਾਲ ਆਹ ਕੁਝ ਕੀਤਾ ਤੇ ਹੁਣ ਅਸੀਂ ਉਹਦਾ ਬਦਲਾ ਇੰਜ ਲਵਾਂਗੇ, ਉਹ ਸੁਪਨੇ ਵੀ ਕੁਝ ਸਜਾਏ ਹੋਣਗੇ ਕਿ ਮੁਲਕ ਆਜ਼ਾਦ ਹੋਏਗਾ ਤੇ ਕੁਝ ਇੱਦਾਂ ਦੇ ਲੋਕ ਸਾਡੀ ਆਜ਼ਾਦੀ ਮਾਣਨਗੇ। ਅੱਜ ਉਹ ਆਜ਼ਾਦੀ ਜਿਹੜਾ ਸੁਪਨਾ ਊਧਮ ਸਿੰਘ ਨੇ ਲਿਆ ਸੀ ਉਹ ਸਾਰਥਕ ਰੂਪ ਦੇ ਵਿੱਚ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਮਿਲੀ ਹੋਈ ਆ, ਸਥਿਤੀਆਂ ਉੱਦਾਂ ਦੀਆਂ ਹੈ ਸੁਪਨਿਆਂ ਦੇ ਨੇੜੇ ਦੀਆਂ? ਬੜਾ ਦੁਖਾਂਤ ਮੇਰੇ ਦਿਲ 'ਚ ਉਬਾਲੇ ਖਾ ਰਿਹਾ ਕਿ ਜਦੋਂ ਇਹ ਕਾਂਡ ਹੋਇਆ ਸੀ ਅਡਵਾਇਰ ਦਾ, ਤਾਂ ਹਿੰਦੁਸਤਾਨ ਦੀਆਂ ਜਿਹੜੀਆਂ ਆਜ਼ਾਦੀ ਪਸੰਦ ਲਹਿਰਾਂ ਸੀ ਉਹਨਾਂ ਨੇ ਊਧਮ ਸਿੰਘ ਦੀ ਨਿੰਦਿਆ ਕੀਤੀ ਸੀ। ਮਹਾਤਮਾ ਗਾਂਧੀ ਤਾਂ ਪਿੱਟਿਆ ਸੀ ਕਿ ਇਹ ਸਾਡੇ ਮੁਲਕ ਦੀ ਬੜੀ ਬਦਨਾਮੀ ਹੋਈ ਆ ਕਿ ਅਡਵਾਇਰ ਦਾ ਕਤਲ ਕਰ ਦਿੱਤਾ। ਸਾਡੇ ਇੱਕ ਪੰਜਾਬੀ ਨੇ ਨਿੰਦਿਆ ਕੀਤੀ ਸੀ, ਹੋਰਨਾਂ ਨੇ ਵੀ ਮੂੰਹ ਨਹੀਂ ਸੀ ਖੋਲ੍ਹੇ। ਉਹ ਬਾਅਦ ਦੇ ਵਿੱਚ ਆ ਕੇ ਉਹਨੂੰ ਸਾਰਿਆਂ ਨੇ ਫਿਰ ਸ਼ਹੀਦ ਹੋਣ ਕਰਨ ਦੀ ਕੋਸ਼ਿਸ਼ ਕੀਤੀ ਆ। ਸੁਪਨਿਆਂ ਦਾ ਭਾਰਤ
ਊਧਮ ਸਿੰਘ ਦੇ ਸੁਪਨੇ ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ ਵੀ ਉਹਨੂੰ ਨਾਂ ਹੀ ਇਸ ਕਰਕੇ ਰੱਖਿਆ ਵੀ ਮੇਰਾ ਕੋਈ ਜਾਤ ਧਰਮ ਨਹੀਂ, ਜੇ ਜਾਤਾਂ ਗਿਣਨੀਆਂ ਤਾਂ ਮੇਰੀਆਂ ਸਾਰੀਆਂ ਹੀ ਜਾਤਾਂ ਦਾ ਮੈਂ ਵਾਰਸ ਹਾਂ। ਅੱਜ ਉਹਨਾਂ ਦੇ ਸੁਪਨਿਆਂ ਸਾਰੇ ਹੀ ਇਨਕਲਾਬੀ ਸ਼ਹੀਦਾਂ ਦੇਸ਼ ਭਗਤਾਂ ਦੇ ਜੋ ਸੁਪਨੇ ਸੀ ਸਰਬ ਸਾਂਝੀਵਾਲਤਾ ਲਿਆਉਣ ਦੇ, ਭਾਈਚਾਰਾ, ਬਰਾਬਰਤਾ, ਜਾਤ ਪਾਤ ਰਹਿਤ, ਉਹਦੇ ਤੋਂ ਉਲਟ ਅੱਜ ਦੇ ਹਾਕਮ ਹਿੰਦੁਸਤਾਨ ਨੂੰ ਹਜ਼ਾਰਾਂ ਹੀ ਸਾਲ ਪੁਰਾਣਾ ਜੋ ਹਿੰਦੁਸਤਾਨ ਸੀ ਉਹ ਮਨੂਵਾਦ ਦਾ, ਉਸ ਮਨੂਵਾਦ 'ਤੇ ਲਿਆ ਕੇ ਖੜਾ ਕਰਨਾ ਚਾਹੁੰਦੇ ਆ। ਹਿੰਦੁਸਤਾਨ ਦੇ ਵਿੱਚ ਇੰਨਾ ਕ੍ਰਾਈਮ, ਕੱਲ੍ਹ ਪਰਸੋਂ ਦੀਆਂ ਖਬਰਾਂ ਨਸ਼ਰ ਹੋ ਰਹੀਆਂ ਕਿ ਸ਼ੂਦਰ ਔਰਤ ਯੂਪੀ ਦੇ ਵਿੱਚ ਉਹਨੂੰ ਉੱਥੇ ਸਾੜਨ ਨਹੀਂ ਦਿੱਤੀ ਗਈ ਲਾਸ਼ ਉਹਦੀ ਮਰੂਈ ਦੀ। ਇਹ ਹਿੰਦੁਸਤਾਨ ਆ ਸਾਡਾ, ਕਿਉਂਕਿ ਯੂਪੀ ਦੇ ਵਿੱਚ ਕਿਹਨਾਂ ਦਾ ਸਰਕਾਰ ਆ, ਦਿੱਲੀ ਦੇ ਵਿੱਚ ਕਿਹਨਾਂ ਦੀ ਸਰਕਾਰ ਆ, ਪਾਠਕ ਮੈਨੂੰ ਸੁਣਨ ਵਾਲੇ ਸਭ ਜਾਣਦੇ ਆ। ਪਰ ਇਹ ਹਾਲ ਅੱਜ ਵੀ ਉਹਨਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਮੁਲਕ ਨੂੰ ਕਿਸ ਦਿਸ਼ਾ ਦੇ ਵਿੱਚ ਹਨੇਰੇ ਖੱਡੇ ਦੇ ਵਿੱਚ ਸਿੱਟਣ ਲਿਜਾ ਰਹੇ ਸਾਡੇ ਹਾਕਮ। ਸ਼ੂਦਰ ਆ, ਉਹਨੂੰ ਘੋੜੀ 'ਤੇ ਚੜ੍ਹਨ ਦਾ ਇਜਾਜ਼ਤ ਨਹੀਂ ਦੇ ਰਹੀ ਸਾਡੇ ਸਮਾਜ ਦੇ ਲੋਕ ਮਨੂਵਾਦੀ, ਜਿਨ੍ਹਾਂ ਨੇ ਸਾਡੇ ਕੰਨਾਂ 'ਚ ਛਿੱਕਾ ਪਾਇਆ। ਇਹ ਐਜੂਕੇਸ਼ਨ ਨਹੀਂ ਦੇਣੀ ਚਾਹੀਦੀ, ਇਹ ਸਾਡੀ ਮਨੋਪਲੀ ਆ, ਬ੍ਰਾਹਮਣਾਂ ਦੀ ਮਨੋਪਲੀ ਆ। ਛਾਪੇ ਬੰਨੇ ਗਏ ਪਿੱਛੇ ਕਿ ਇਹਨਾਂ ਦੀ ਪੈੜ ਮਿਟ ਜਾਏ, ਸਾਡਾ ਪਰਛਾਵਾਂ ਇਹਨਾਂ ਦਾ ਸਾਡੇ 'ਤੇ ਨਾ ਪਵੇ। ਪਿੰਡਾਂ ਦੀ ਬਣਤਰ ਇਸ ਕਿਸਮ ਦੀ ਅੱਜ ਵੀ, ਜਦੋਂ ਮੈਂ ਰਿਸਰਚ ਲਈ ਪਿੰਡਾਂ ਜਾਂਦਾ ਤਾਂ ਅੱਜ ਵੀ ਪੁਰਾਣੇ ਪਿੰਡਾਂ ਦੀ ਸਿਚੁਏਸ਼ਨ ਜਿਹੜੀ ਆ ਉਹ ਕਿ ਚੜ੍ਹਦਾ ਸੂਰਜ ਦੀਆਂ ਰੇਸ਼ਮਾਂ ਜਿਹੜੀਆਂ ਆ ਉਹ ਉੱਚੀ ਜਾਤੀ ਵਾਲੀਆਂ 'ਤੇ ਪਹਿਲਾਂ ਪੈਣ, ਇਹੋ ਜਿਹੀ ਉਹ ਬਣਤਰ ਹੁੰਦੀ ਆ। ਪਿੰਡਾਂ ਦੀ ਬਣਤਰ ਇੱਦਾਂ ਦੀ ਆ, ਚੜ੍ਹਦੇ ਪਾਸੇ ਉੱਚੀਆਂ ਜਾਤੀਆਂ, ਲਹਿੰਦੇ ਪਾਸੇ ਦਲਿਤ, ਗਰੀਬ ਲੋਕ, ਲਤਾੜੇ ਲੋਕ। ਉਹਨਾਂ ਦੇ ਪੁਰਾਣੇ ਪਿੰਡ ਕੋਈ ਦੇਖ ਲਓ, ਉਹਨੂੰ ਬਸਤੀ ਜਾਂਦਾ ਹੈ, ਉਹਨੂੰ ਪਿੰਡ ਦਾ ਹਿੱਸਾ ਵੀ ਘੱਟ ਮੰਨਿਆ ਜਾਂਦਾ, ਕਲੋਨੀ ਕਹਿ ਲਿਆ ਜਾਂਦਾ, ਬਸਤੀ ਕਹਿ ਲਿਆ ਜਾਂਦਾ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਤਾਂ ਹੁਣ ਤੱਕ ਅਸੀਂ ਦੇਖਦੇ ਰਹੇ ਹਾਂ। ਸਮਾਜ 'ਚ ਦਲਿਤਾਂ 'ਚ ਜਾਗਰਤੀ ਆਈ ਆ, ਅਧਿਕਾਰ ਮਿਲੇ ਆ, ਪਰ ਅੱਜ ਜੋ ਸਿਸਟਮ ਕੋਸ਼ਿਸ਼ ਕਰ ਰਿਹਾ ਹਿੰਦੁਸਤਾਨ ਦੇ ਹਾਕਮ, ਉਹ ਹੁਣ ਸਾਨੂੰ ਸਦੀਆਂ ਪਿੱਛੇ ਜ਼ਬਰਦਸਤੀ ਧੱਕਣ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹ ਜ਼ਮਾਨਾ ਆਵੇ, ਇਹਨਾਂ ਨੂੰ ਵਿੱਦਿਆ ਖੋਈ ਜਾਵੇ, ਇਹਨਾਂ ਤੋਂ ਹੋਰ ਸਾਰੇ ਅਧਿਕਾਰ ਖੋਏ ਜਾਣ ਅਤੇ ਉਹ ਮਨੂਵਾਦ ਦਾ ਜਿਹੜਾ ਦੌਰ ਆ ਉਹ ਮੁੜ ਕੇ ਹਿੰਦੁਸਤਾਨ 'ਚ ਲਾਗੂ ਕਰਨ ਦੀਆਂ ਜੱਦੋਜਹਿਦਾਂ ਦੇ ਤਹਿਤ ਅੱਜ ਦਾ ਕਰੋਨਾ, ਕਿਉਂਕਿ ਜਿਹਨੂੰ ਹੋਇਆ ਉਹ ਜਾਣ ਸਕਦਾ, ਜਿਹਨੂੰ ਨਹੀਂ ਹੋਇਆ, ਮੈਨੂੰ ਨਹੀਂ ਹੋਇਆ, ਮੈਂ ਉਹਦੀ ਪਰਵਾਹ ਨਹੀਂ ਕਰਦਾ। ਪਰ ਕਰੋਨਾ ਦੇ ਹਊਆ ਬਣਾ ਕੇ, ਡਰ ਬਣਾ ਕੇ, ਲੋਕਾਂ 'ਤੇ ਸਹਿਮ ਪੈਦਾ ਕਰਕੇ ਜੋ ਮਨਮਾਨੀਆਂ ਆਪਣੇ ਜਿਹੜਾ ਮਨੂਵਾਦ ਉਹ ਲਿਆਉਣ ਲਈ ਤੜਾ ਤੜ ਲੋਕਾਂ ਦੇ ਹੱਕ, ਲੋਕਾਂ ਦੇ ਅਧਿਕਾਰ, ਪੜ੍ਹਾਈ ਦੇ, ਰੁਜ਼ਗਾਰ ਦੇ ਸਭ ਖੋਈ ਜਾ ਰਹੇ ਆ, ਤਾਂ ਕਾਨੂੰਨ ਬਣ ਰਹੇ ਆ। ਇਹ ਕੀ ਬਣੂਗਾ ਇਹ ਮੈਂ ਹੁਣ ਨਹੀਂ ਕਹਿ ਸਕਦਾ। ਇਹ ਲੋਕ ਆ, ਕੀ ਰਿਐਕਸ਼ਨ ਹੁੰਦਾ, ਇਹਦਾ ਪ੍ਰਤੀਕਰਮ ਕੀ ਹੋਊਗਾ, ਉਹ ਇੱਕ ਵੱਡਾ ਧਮਾਕਾ ਹੋਣਾ ਲੋਕਾਂ ਨੇ ਕਰਨਾ, ਕਿਉਂਕਿ ਇਸ ਦਹਿਸ਼ਤ ਥੱਲੇ ਚੁੱਪ ਆ, ਸਹਿਮ ਹੋਇਆ, ਅਤੇ ਇਹ ਚੁੱਪ ਟੁੱਟਣੀ ਆ। ਇਹ ਕੋਸ਼ਿਸ਼ਾਂ, ਕਿਉਂਕਿ ਊਧਮ ਸਿੰਘ ਦੇ ਵਾਰਸ ਕੱਲ੍ਹ ਵੀ ਇੱਥੇ ਹੋਇਆ, ਬੜਾ ਵੱਡਾ ਇਕੱਠ ਹੋ ਰਹੇ ਆ, ਸੋ ਉਹਦੇ ਵਾਰਸ ਜਿਉਂਦੇ ਆ। ਊਧਮ ਸਿੰਘ ਦੇ ਵਾਰਸ ਜਿਉਂਦੇ ਨੇ। ਬੇਸ਼ੱਕ ਕਰੋਨਾ ਦੀ ਗੱਲ ਕਰਦੇ ਹਾਂ ਤੇ ਇਸ ਵਾਰ ਸ਼ਹੀਦੀ ਦਿਵਸ ਦੇ ਉੱਤੇ ਬਹੁਤ ਵੱਡੇ ਸਮਾਗਮ ਨਹੀਂ ਆਯੋਜਿਤ ਕੀਤੇ ਗਏ, ਪਰ ਅਸੀਂ ਜਾਣਦੇ ਹਾਂ ਕਿ ਹਰ ਸਾਲ ਸਿਆਸੀ ਲੋਕ, ਸੱਤਾ ਦੇ ਵਿੱਚ ਬੈਠੇ ਹੋਏ ਲੋਕ ਵੱਡੇ ਵੱਡੇ ਸਮਾਗਮਾਂ 'ਚ ਆਉਂਦੇ ਆ, ਇਹਨਾਂ ਸ਼ਹੀਦਾਂ ਦੇ ਬੁੱਤਾਂ ਦੇ ਉੱਤੇ ਹਾਰ ਪਹਿਨਾਉਂਦੇ ਆ ਤੇ ਚੱਲਦੇ ਬਣਦੇ ਆ, ਪਰ ਕਦੀ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਜਿਹਦਾ ਕਰਕੇ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ, ਜਿਹੜੇ ਸੁਪਨੇ ਇਹਨਾਂ ਨੇ ਆਪਣੇ ਮਨਾਂ ਦੇ ਵਿੱਚ ਸਜਾਏ ਸੀ ਆਪਣੇ ਲੋਕਾਂ ਦੇ ਲਈ, ਉਹਨਾਂ ਸੁਪਨਿਆਂ ਦੀ ਬਾਂਹ ਵੀ ਫੜਨੀ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਕਿਉਂਕਿ ਸੱਤਾ ਦੇ ਵਿੱਚ ਬੈਠੇ ਜਿਹੜੇ ਸੁੱਖ ਸੁਵਿਧਾਵਾਂ ਮਾਣਦੇ ਨੇ, ਇਹ ਸੁਵਿਧਾ ਜਿਹੜੀ ਦਿੱਤੀ ਗਈ ਹੈ ਉਹ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਾਰਨ ਹੀ ਉਹਨਾਂ ਨੂੰ ਮਿਲੀ ਹੈ।
ਪਰ ਸੁਪਨਿਆਂ ਦੀ ਪਰਵਾਹ ਕੋਈ ਨਹੀਂ ਹੈ। ਹਾਂ, ਬੁੱਤਾਂ ਦੀ ਪਰਵਾਹ ਜ਼ਰੂਰ ਕੀਤੀ ਜਾਂਦੀ ਹੈ, ਕਿਉਂਕਿ ਬੁੱਤ ਕਦੀ ਬੋਲਦੇ ਨਹੀਂ ਹੈ, ਬੁੱਤਾਂ ਨੇ ਕਦੀ ਆਵਾਜ਼ ਨਹੀਂ ਬੁਲੰਦ ਕਰਨੀ ਹੁੰਦੀ, ਪਰ ਉਹ ਬੁੱਤ ਲੋਕਾਂ ਦੇ ਵਿੱਚ ਰੋਹ ਪੈਦਾ ਕਰਦੇ ਨੇ, ਲੋਕਾਂ ਦੇ ਵਿੱਚ ਇੱਕ ਨਵੀਂ ਚੇਤਨਾ ਵੀ ਪੈਦਾ ਲਗਾਤਾਰ ਕਰਦੇ ਰਹਿੰਦੇ ਆ, ਤੇ ਉਹ ਚੇਤਨਾ ਜਿਹੜੀ ਆ ਅੱਗੇ ਲੜਨ ਦੇ ਲਈ ਲੋਕਾਂ ਦੇ ਵਿੱਚ ਜਜ਼ਬਾ ਪੈਦਾ ਕਰਦੀ ਹੈ। ਚੱਲਿਆਂ ਵਾਲੇ ਦੀ ਮਿੱਟੀ ਖੂਨ ਨਾਲ ਜਿਸ ਨੇ ਤਿਰੰਗੀ ਹਾਕਮੋ ਓ ਪਿਆ ਤੁਹਾਡਾ ਡਵੈਰ ਠੋਕਿਆ ਓਏ ਫਰੰਗੀ ਹਾਕਮੋ ਓ ਪਿਆ ਤੁਹਾਡਾ ਡਵੈਰ ਠੋਕਿਆ ਓਏ ਫਰੰਗੀ ਹਾਕਮੋ। ਗੀਤਾਂ ਦੀ ਬਹੁਤ ਮਹੱਤਤਾ ਰਹਿੰਦੀ ਹੈ, ਇੱਥੋਂ ਤੱਕ ਕਿ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਵੀ ਕਵਿਤਾਵਾਂ ਤੇ ਗੀਤਾਂ ਨੇ ਲੋਕਾਂ ਦੇ ਵਿੱਚ ਜੋਸ਼ ਭਰਨ 'ਚ ਅਹਿਮ ਕਿਰਦਾਰ ਨਿਭਾਇਆ ਸੀ। ਅੱਜ ਦੇ ਦੌਰ ਦੀ ਗਾਇਕੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਬਹੁਤ ਕੁਝ ਦੇਖਣ ਸੁਣਨ ਨੂੰ ਮਿਲਦਾ ਹੈ, ਪਰ ਕਿਤੇ ਵੀ ਅਜੇ ਥੋੜ੍ਹਾ ਬਹੁਤਾ ਚੰਗੀ ਗੀਤਕਾਰੀ ਤੇ ਗਾਇਕੀ ਸੁਣਨ ਨੂੰ ਮਿਲ ਜਾਂਦੀ ਹੈ। ਇੱਦਾਂ ਦਾ ਹੀ ਇੱਕ ਗਾਇਕ ਹੈ ਜਿਹੜਾ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ 'ਤੇ ਇੱਕ ਗੀਤ ਸਰੋਤਿਆਂ ਦੇ ਸਨਮੁਖ ਲੈ ਕੇ ਹਾਜ਼ਰ ਹੁੰਦਾ। ਥੋੜ੍ਹੀ ਜਿਹੀ ਗੱਲ ਇਸ ਗੱਲ ਦੀ ਵੀ ਕਰ ਲੈਂਦੇ ਹਾਂ ਕਿ ਉਹਨਾਂ ਸ਼ਹੀਦਾਂ ਨੂੰ ਗੀਤਾਂ ਦੇ ਵਿੱਚ ਕਿੰਨਾ ਕੁ ਯਾਦ ਕੀਤਾ ਜਾਂਦਾ ਹੈ, ਕਿਉਂਕਿ ਗੀਤ ਸਿੱਧੇ ਰੂਪ ਦੇ ਵਿੱਚ ਲੋਕਾਂ 'ਤੇ ਪ੍ਰਭਾਵ ਪਾਉਂਦੇ ਆ। ਇਹਨਾਂ ਸਾਡੇ ਆਜ਼ਾਦੀ ਦੇ ਪਰਵਾਨਿਆਂ ਨੇ ਵੀ ਲੋਕਾਂ ਦੇ ਵਿੱਚ ਸੰਘਰਸ਼ ਦੀ ਲਹਿਰ ਜਗਾਉਣ ਦੇ ਲਈ ਗੀਤਾਂ ਦਾ ਸਹਾਰਾ ਲਿਆ ਸੀ, ਕਵਿਤਾਵਾਂ ਦਾ ਸਹਾਰਾ ਲਿਆ ਸੀ। ਸੋ ਅੱਜ ਸ਼ਹੀਦ ਊਧਮ ਸਿੰਘ ਹੋਰਾਂ ਦੇ ਸ਼ਹੀਦੀ ਦਿਵਸ ਦੇ ਉੱਤੇ ਜਦੋਂ ਗੀਤਾਂ ਦੀ ਗੱਲ ਕਰਦੇ ਹਾਂ ਤੇ ਗੁਰਮੁਖ ਲੋਕ ਪ੍ਰੇਮੀ ਹੋਰੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਗੁਰਮੁਖ ਜੀ, ਤੁਹਾਡੇ ਗੀਤ ਕੁਝ ਸੁਣੇ ਨੇ ਜਿਹੜੇ ਸਿੱਧੇ ਤੌਰ 'ਤੇ ਜਾਂ ਲੋਕ ਲਹਿਰਾਂ ਨਾਲ ਜੁੜੇ ਹੁੰਦੇ ਆ ਜਾਂ ਇਹਨਾਂ ਸ਼ਹੀਦਾਂ ਦੀ ਸ਼ਹਾਦਤ ਦੇ ਨਾਲ, ਉਹਨਾਂ ਦੀਆਂ ਕੁਰਬਾਨੀਆਂ ਦੇ ਨਾਲ ਜਿਹੜੇ ਆ ਉਹ ਗੁੜਚ ਹੋਏ ਗੀਤ ਤੁਹਾਡੇ ਸੁਣਨ ਨੂੰ ਮਿਲਦੇ ਨੇ। ਪਹਿਲਾਂ ਤਾਂ ਜਿਹੜਾ ਤਾਜ਼ਾ ਗੀਤ ਤੁਸੀਂ ਰਿਲੀਜ਼ ਕੀਤਾ ਅੱਜ ਹੀ ਸ਼ਹੀਦ ਆਜ਼ਮ ਦੇ ਸ਼ਹੀਦੀ ਦਿਵਸ ਦੇ ਉੱਤੇ, ਉਹ ਗੀਤ ਸਾਡੇ ਜਿਹੜੇ ਵਿਊਵਰਸ ਨੇ ਉਹਨਾਂ ਦੇ ਨਾਲ ਸਾਂਝਾ ਕਰ ਦਿਓ, ਉਸ ਤੋਂ ਬਾਅਦ ਆਪਾਂ ਇੱਕ ਦੋ ਗੱਲਾਂ ਵੀ ਕਰਾਂਗੇ। ਜੀ, ਸ਼ਹੀਦ ਊਧਮ ਸਿੰਘ ਜੀ ਨੂੰ ਅੱਜ ਉਹਨਾਂ ਦੇ ਸ਼ਹਾਦਤ ਦਿਵਸ 'ਤੇ ਕੋਟਨ ਕੋਟ ਪ੍ਰਣਾਮ ਹੈ। ਔਰ ਗੀਤ ਜਿਹੜਾ ਰਿਲੀਜ਼ ਹੋਇਆ ਅੱਜ ਹੀ, ਉਹ ਗੀਤ ਦੇ ਬੋਲ ਹੈਗੇ ਆ ਜੀ, ਉਹ ਜੱਲਿਆਂ ਵਾਲੇ ਦੀ ਮਿੱਟੀ ਖੂਨ ਨਾਲ ਜਿਸ ਨੇ ਸੀ ਰੰਗੀ ਹਾਕਮੋ ਓ ਪਿਆ ਤੁਹਾਡਾ ਡਵੈਰ ਠੋਕਿਆ ਓਏ ਫਰੰਗੀ ਹਾਕਮੋ ਓ ਪਿਆ ਤੁਹਾਡਾ ਡਵੈਰ ਠੋਕਿਆ ਓਏ ਫਰੰਗੀ ਹਾਕਮੋ। ਮਰ ਗਿਆ ਆਪੇ ਮੈਂ ਤਾਂ ਡੈਰ ਵੀ ਸੀ ਮਾਰਨਾ, ਜ਼ਾਲਮਾਂ ਨੂੰ ਪੈਣਾ ਮੁੱਲ ਜ਼ੁਲਮਾਂ ਦਾ ਤਾਰਨਾ, ਲੋਕ ਪ੍ਰੇਮੀ ਉੱਚੀ ਸੱਚ ਦੀ ਹੈ ਰਹਿਣੀ ਸਦਾ ਝੰਡੀ ਹਾਕਮੋ ਓ ਪਿਆ ਤੁਹਾਡਾ ਡਵੈਰ ਠੋਕਿਆ ਓਏ ਫਰੰਗੀ ਹਾਕਮੋ ਓ ਪਿਆ ਤੁਹਾਡਾ ਡਵੈਰ ਠੋਕਿਆ ਓਏ ਫਰੰਗੀ ਹਾਕਮੋ। ਬਹੁਤ ਅੱਛਾ ਗੀਤ ਹੈ। ਡਾਇਰ ਤੇ ਅਡਵਾਇਰ ਦੇ ਵਿੱਚ ਕਈ ਵਾਰੀ ਬਹੁਤ ਵਾਰੀ ਲੋਕ ਟਪਲਾ ਖਾ ਜਾਂਦੇ ਕਿ ਸ਼ਾਇਦ ਡਾਇਰ ਨੂੰ ਹੀ ਮਾਰਿਆ ਸੀਗਾ ਊਧਮ ਸਿੰਘ ਹੋਰਾਂ ਨੇ। ਮਾਈਕਲ ਅਡਵਾਇਰ ਸੀਗਾ ਜਿਨ੍ਹਾਂ ਨੂੰ ਜਿਹੜਾ ਉਹ ਮਾਰਿਆ ਗਿਆ ਸੀਗਾ, ਉਹ ਇਸ ਕਰਕੇ ਵੀ ਮਾਰਿਆ ਗਿਆ ਸੀਗਾ ਕਿ ਭੂਮਿਕਾ ਉਹਨਾਂ ਦੀ ਵੀ ਓਨੀ ਸੀਗੀ, ਕਿਉਂਕਿ ਜਸਟੀਫਾਈ ਕੀਤਾ ਸੀਗਾ ਅਡਵਾਇਰ ਨੇ ਕਿ ਜੋ ਕੀਤਾ ਗਿਆ ਜਲਿਆਂਵਾਲੇ ਬਾਗ ਦੇ ਵਿੱਚ ਉਹ ਬਿਲਕੁਲ ਠੀਕ ਕੀਤਾ ਗਿਆ। ਲੋਕ ਪ੍ਰੇਮੀ ਜੀ, ਅੱਜ ਕੱਲ੍ਹ ਜਿਹੜੇ ਗਾਇਕ ਆ ਉਹ ਕਹਿੰਦੇ ਚਲੰਤ ਜਿਹੇ ਗਾਣੇ ਅੱਜ ਕੱਲ੍ਹ ਜੋ ਆਈਡੀਏ ਚੱਲਦੇ ਉਹ ਗਾਣੇ ਗਾ ਕੇ ਅਸੀਂ ਜਿਹੜਾ ਉਹ ਪ੍ਰਚਲਿਤ ਹੋ ਜਾਵਾਂਗੇ, ਲੋਕਾਂ ਦੇ ਵਿੱਚ ਪਛਾਣ ਬਣਾ ਲਾਂਗੇ। ਤੁਹਾਡੇ ਗੀਤਾਂ ਦੀ ਜਦੋਂ ਗੱਲ ਕਰਦਾ ਤੁਸੀਂ ਸਿੱਧੇ ਤੌਰ 'ਤੇ ਲੋਕਾਂ ਦੀ ਤੇ ਲੋਕਾਂ ਦੇ ਨਾਇਕਾਂ ਦੀ ਗੱਲ ਕਰਦੇ ਹੋ। ਕਾਰਨ ਕੁਝ ਖਾਸ ਨੇ, ਲੱਗਦਾ ਕਿ ਜਿਹੜਾ ਤੁਹਾਡਾ ਬੀੜਾ ਚੁੱਕਿਆ ਹੋਇਆ ਕਿ ਲੋਕ ਨਾਇਕਾਂ ਨੂੰ, ਆਜ਼ਾਦੀ ਘੁਲਾਟੀਆਂ ਨੂੰ ਲੋਕਾਂ ਦੇ ਵਿੱਚ ਪ੍ਰਚਲਿਤ ਕਰਨਾ, ਨਵੀਆਂ ਪੀੜ੍ਹੀਆਂ ਤੱਕ ਉਹਨਾਂ ਦੇ ਸੁਨੇਹੇ ਨੂੰ ਪਹੁੰਚਾਉਣਾ, ਉਹ ਸਾਰਥਕ ਹੋ ਰਿਹਾ ਜਾਂ ਅਜੇ ਸੰਘਰਸ਼ ਲੰਬਾ ਕਰਨਾ ਪਏਗਾ? ਦੇਖੋ, ਇਹ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਸੰਘਰਸ਼ ਜਿਹੜਾ ਲੰਬਾ ਕਰਨਾ ਪਏਗਾ। ਇਹ ਜਿਹੜੀ ਲਾਈਨ ਹੈ, ਜੋ ਲੋਕ ਗਾਇਕੀ ਦੀ ਲਾਈਨ ਹੈ, ਇਹਨੂੰ ਲੰਬੀ ਕਰਨੀ ਪਏਗੀ, ਕਿਉਂਕਿ ਦੇਖੋ ਇਕੱਲੇ ਮੇਰੇ ਗਾਉਣ ਦੇ ਨਾਲ ਕੋਈ ਗੱਲ ਨਹੀਂ ਬਣਨੀ। ਇਹ ਤਾਂ ਜੋ ਸਥਾਪਿਤ ਗਾਇਕ ਨੇ ਉਹ ਵੀ ਇਸ ਤਰ੍ਹਾਂ ਦਾ ਸੁਨੇਹਾ ਲੈ ਕੇ ਲੋਕਾਂ ਦੇ ਵਿੱਚ ਜਾਣ ਕਿ ਸ਼ਹੀਦ ਊਧਮ ਸਿੰਘ ਦਾ ਦਿਹਾੜਾ ਆ ਰਿਹਾ ਹੈ, 23 ਮਾਰਚ ਆ ਰਿਹਾ ਹੈ, ਜਾਂ ਹੋਰ ਸਾਡੇ ਗਦਰੀ ਬਾਬਿਆਂ ਦਾ ਜਿਹੜਾ ਕੋਈ ਦਿਨ ਆ ਰਿਹਾ ਹੈ, ਤਾਂ ਉਸ ਦਿਨਾਂ ਦੇ ਉੱਤੇ ਉਹ ਲੋਕਾਂ ਨੂੰ ਦੱਸਣ, ਕਿਉਂਕਿ ਇਹ ਜੋ ਸਾਡੇ ਨੇ ਨਾ, ਇਹ ਆਈਕਨ ਨੇ, ਇਹ ਆਈਕਨ ਨੇ। ਕਿਉਂਕਿ ਦੇਖੋ ਸ਼ਹੀਦ ਊਧਮ ਸਿੰਘ ਆਈਕਨ ਹੈ ਇਸ ਚੀਜ਼ ਦਾ, ਉਹ ਇਸ ਚੀਜ਼ ਦਾ ਪ੍ਰਤੀਕ ਹੈ ਕਿ ਜਦੋਂ ਜਾਬਰ ਜਿਹੜਾ ਜ਼ੁਲਮ ਕਰਦਾ ਹੈ ਤਾਂ ਉਸ ਨੂੰ ਠੋਕਮਾ ਮੂੰਹ ਤੋੜਮਾ ਜਵਾਬ ਜਿਹੜਾ ਉਹ ਦਿੱਤਾ ਜਾ ਸਕਦਾ ਹੈ। ਇਹ ਗੱਲ ਜਿਹੜੀ ਹੈ ਇਹ ਜਵਾਨੀ ਦੇ ਤੱਕ ਸੁਨੇਹਾ ਲੈ ਕੇ ਜਾ ਸਕਦੀ ਹੈ। ਜੇਕਰ ਸਾਡੀ ਜਵਾਨੀ ਦੇ ਮੂੰਹ ਦੇ ਉੱਤੇ ਇਸ ਤਰ੍ਹਾਂ ਦੇ ਗੀਤ ਹੋਣਗੇ ਤੇ ਜ਼ਰੂਰ ਜਿਹੜੀ ਹੈ ਉਸ ਦੀ ਸੋਚ ਵੀ ਬਦਲੇਗੀ, ਉਹ ਆਪਣੇ ਲੋਕ ਨਾਇਕਾਂ ਨੂੰ ਯਾਦ ਵੀ ਰੱਖੇਗੀ ਔਰ ਉਹਨਾਂ ਵਰਗੇ ਕੰਮ ਕਰਨਾ ਵੀ ਲੋਚੇਗੀ।
ਅੱਛਾ, ਇੱਕ ਚੀਜ਼ ਜ਼ਰੂਰ ਹੈ, ਤੁਸੀਂ ਕੁਝ ਦਿਨਾਂ ਦਾ ਜ਼ਿਕਰ ਕੀਤਾ, ਇਹ ਸਾਡੀ ਤਰਾਸਦੀ ਨਹੀਂ ਤੁਹਾਨੂੰ ਲੱਗਦਾ ਕਿ ਜਦੋਂ ਕੋਈ ਦਿਨ ਆਉਂਦਾ, ਜੇ ਅੱਜ 31 ਜੁਲਾਈ ਹੈਗਾ ਤੇ ਅੱਜ ਹੀ ਅਸੀਂ ਊਧਮ ਸਿੰਘ ਨੂੰ ਯਾਦ ਕਰਨਾ ਹੈ, ਜੇ 23 ਮਾਰਚ ਆਏਗਾ ਤਾਂ ਹੀ ਅਸੀਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਯਾਦ ਕਰਨਾ ਆ, ਉਸ ਤੋਂ ਇਲਾਵਾ ਪੂਰੇ ਬਾਕੀ ਦਿਨ ਜਿਹੜੇ ਸਾਲ ਦੇ ਅਸੀਂ ਉਹਨਾਂ ਨੂੰ ਯਾਦ ਨਹੀਂ ਕਰਨਾ, ਜਾਂ ਜਨਮ ਦਿਨ ਤੇ ਜਾਂ ਸ਼ਹੀਦੀ ਦਿਨ ਤੇ ਯਾਦ ਕਰਨਾ। ਇਹ ਵੱਡੀ ਤਰਾਸਦੀ ਨਹੀਂ ਹੈ ਕਿ ਅਸੀਂ ਉਹਨਾਂ ਦੇ ਸੁਨੇਹੇ ਜਾਂ ਉਹਨਾਂ ਦਾ ਨਾਮ ਪੂਰਾ ਸਾਲ ਨਹੀਂ ਯਾਦ ਰੱਖ ਸਕਦੇ ਆਪਣੇ ਚੇਤਿਆਂ ਦੇ ਵਿੱਚ? ਜੀ ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਅਸੀਂ ਕੁਝ ਦਿਨਾਂ ਦੇ ਨਾਲ ਜੋੜ ਦਿੱਤਾ, ਕਿਉਂਕਿ ਅਸੀਂ ਇਹਨਾਂ ਨੂੰ ਇੱਕ ਸੈਲੀਬ੍ਰੇਸ਼ਨ ਬਣਾ ਲਿਆ, ਇੱਕ ਰਿਚੁਅਲ, ਇੱਕ ਸੈਲੀਬ੍ਰੇਸ਼ਨ ਬਣਾ ਲਿਆ ਕਿ ਇਹ, ਕਿਉਂਕਿ ਇਹ ਇੱਕ ਸਟਾਈਲ ਹੈ, ਇਸ ਨੂੰ ਤੁਸੀਂ ਸਿਆਸੀ ਸਟਾਈਲ ਵੀ ਕਹਿ ਸਕਦੇ ਹੋ, ਇਸ ਨੂੰ ਤੁਸੀਂ ਆਪਣਾ ਕਮਰਸ਼ੀਅਲ ਸਟਾਈਲ ਵੀ ਕਹਿ ਸਕਦੇ ਹੋ ਕਿ ਕਿਸੇ ਨਾ ਕਿਸੇ ਤਰ੍ਹਾਂ ਵਪਾਰੀਕਰਨ ਜਿਹੜਾ ਉਹਦਾ ਕੀਤਾ ਜਾਵੇ, ਉਹਦਾ ਸਿਆਸੀ ਲਾਹਾ ਲਿਆ ਜਾਵੇ। ਇਹ ਸਿਆਸਤ ਦਾ ਔਰ ਵਪਾਰ ਦਾ ਸਟਾਈਲ ਹੈ ਕਿ ਦਿਨਾਂ ਨੂੰ ਜਿਹੜਾ ਉਹ ਕੈਸ਼ ਕਰਨਾ, ਪਰ ਨਹੀਂ, ਹਾਂ ਦਿਨਾਂ ਦੀ ਮਹੱਤਤਾ ਜ਼ਰੂਰ ਹੈ। ਜਿਵੇਂ ਅੱਜ 31 ਜੁਲਾਈ ਹੈ, ਸ਼ਹੀਦ ਊਧਮ ਸਿੰਘ ਜੀ ਦਾ ਦਿਹਾੜਾ, ਸ਼ਹਾਦਤ ਦਿਵਸ ਹੈ, ਸੋ ਇਹ ਕੋਈ ਛੋਟਾ ਦਿਨ ਨਹੀਂ ਹੈ, ਸਾਡੇ ਲਈ ਇਹ ਵੱਡਾ ਦਿਨ ਹੈ, ਸਾਰਿਆਂ ਲਈ ਵੱਡਾ ਦਿਨ ਹੈ। ਤੋ ਇਹ ਵੱਡੇ ਦਿਨਾਂ ਦੇ ਉੱਤੇ ਅਸੀਂ ਜਿਹੜਾ ਉਹ ਚੰਗੀ ਤਰ੍ਹਾਂ ਚੇਟਕ ਲਾ ਸਕਦੇ ਹਾਂ ਉਸ ਦਿਨ ਨੂੰ ਮਨਾ ਕੇ। ਪਰ ਇਹ ਤੁਹਾਡੀ ਗੱਲ ਬਿਲਕੁਲ 16 ਆਨੇ ਸੱਚ ਹੈ ਜਸਵੀਰ ਜੀ ਕਿ ਸਾਨੂੰ 12 ਮਹੀਨੇ 30 ਦਿਨ ਹਮੇਸ਼ਾ ਆਪਣੇ ਲੋਕ ਨਾਇਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਪਰ ਕਿਉਂਕਿ ਜੇਕਰ ਇਹਨਾਂ ਖਾਸ ਦਿਨਾਂ ਦੇ ਉੱਤੇ ਗੱਲ ਕੀਤੀ ਜਾਵੇ ਤਾਂ ਬਾਕੀ ਦਿਨ ਵੀ ਜਿਹੜਾ ਉਹ ਯਾਦਾਂ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਘੁੰਮਦੀਆਂ ਰਹਿਣਗੀਆਂ। ਗੁਰਮੁਖ ਲੋਕ ਪ੍ਰੇਮੀ ਇੱਕ ਲੋਕ ਗਾਇਕ ਹੋਣ ਦੇ ਨਾਲ ਨਾਲ ਇੱਕ ਅਧਿਆਪਕ ਵੀ ਹੈ, ਮੈਂ ਜਿੰਨਾ ਕੁ ਜਾਣਦਾ ਗੁਰਮੁਖ ਲੋਕ ਪ੍ਰੇਮੀ ਨੂੰ। ਇੱਕ ਅਧਿਆਪਕ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਜਿਨ੍ਹਾਂ ਨੂੰ ਬੱਚਿਆਂ ਨੂੰ ਪੜ੍ਹਾਉਂਦਾ ਆ, ਇੱਕ ਗੁਰੂ ਦੇ ਰੂਪ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਸਿਖਾਉਂਦਾ ਆ, ਕਿਉਂਕਿ ਕੱਚੀ ਮਿੱਟੀ ਹੁੰਦੀ ਹੈ। ਕਹਿੰਦੇ ਕਿ ਘੜਨਾ ਉਹਦਾ ਕੀ ਬਣਾਉਣਾ, ਕੁੰਭ ਬਣਾਉਣੀ ਆ ਉਹਦੀ, ਜਾਂ ਉਹਦਾ ਕੁਝ ਹੋਰ ਬਣਾਉਣਾ ਆ, ਇਹ ਅਧਿਆਪਕ 'ਤੇ ਨਿਰਭਰ ਕਰਦਾ ਹੁੰਦਾ ਬੱਚੇ ਨੂੰ ਕਿਸ ਤਰੀਕੇ ਦਾ ਕੀ ਬਣਾਉਣਾ ਆ। ਸੋਚ ਤੁਹਾਡੀ ਇਸ ਤਰੀਕੇ ਦੀ ਹੈ, ਜਦੋਂ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਆ ਤੇ ਕਿਹੜੀ ਚੀਜ਼ ਪ੍ਰਮੁੱਖਤਾ ਦੇ ਆਧਾਰ 'ਤੇ ਚਾਹੁੰਦੇ ਆ ਕਿ ਤੁਹਾਡੇ ਬੱਚੇ, ਤੁਹਾਡੇ ਵਿਦਿਆਰਥੀ ਜਿਹੜੀ ਉਹਨਾਂ ਦੇ ਵਿੱਚ ਆਹ ਚੀਜ਼ ਹੋਣੀ ਚਾਹੀਦੀ ਹੈ, ਤਾਂ ਕਿ ਇਹ ਸੰਤੁਸ਼ਟੀ ਹੋ ਸਕੇ ਤੁਹਾਨੂੰ ਕਿ ਮੈਂ ਜੇ ਇਦਾਂ ਦਾ ਸੋਚਦਾ ਤੇ ਘੱਟੋ ਘੱਟ ਮੇਰੇ ਬੱਚੇ ਉਹਦੇ ਰਾਹ 'ਤੇ ਚੱਲਦੇ ਨਜ਼ਰ ਆ ਰਹੇ ਆ ਜਾਂ ਨਵੀਆਂ ਪਗਡੰਡੀਆਂ ਪਾਉਂਦੇ ਨਜ਼ਰ ਆ ਰਿਹਾ? ਦੇਖੋ ਜੀ, ਬਤੌਰ ਅਧਿਆਪਕ ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਬੱਚਿਆਂ ਨੂੰ ਬੇਇਨਸਾਫੀ ਦੇ, ਧੱਕੇ ਦੇ ਵਿਰੁੱਧ ਆਵਾਜ਼ ਉਠਾਉਣੀ, ਦੱਸਣਾ, ਉਹਨਾਂ ਨੂੰ ਲੋਕ ਨਾਇਕਾਂ ਦੀਆਂ ਕਹਾਣੀਆਂ ਪੜ੍ਹਾ ਕੇ, ਉਹਨਾਂ ਨੂੰ ਸਾਡੇ ਇਤਿਹਾਸ ਦੇ ਮਹਾਨ ਪਾਤਰਾਂ ਬਾਰੇ ਦੱਸ ਕੇ ਇਹ ਜਾਣਕਾਰੀ ਦੇਣੀ ਕਿ ਦੇਖੋ ਕੈਸੇ ਕੈਸੇ ਲੋਕ ਹੋਏ ਨੇ ਔਰ ਉਹਨਾਂ ਨੇ ਕੈਸੇ ਕੈਸੇ ਕੰਮ ਕੀਤੇ ਨੇ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਦੁਨੀਆ ਉਹਨਾਂ ਨੂੰ ਹੀ ਮੰਨਦੀ, ਸਲਾਹੁੰਦੀ ਤੇ ਯਾਦ ਰੱਖਦੀ ਹੈ ਜਿਨ੍ਹਾਂ ਨੇ ਔਖੇ ਕੰਮ ਕੀਤੇ ਹੁੰਦੇ। ਸੌਖੇ ਕੰਮਾਂ ਦੇ ਨਾਲ ਕਦੇ ਵੀ ਮਹਾਨ ਨਹੀਂ ਬਣਿਆ ਜਾ ਸਕਦਾ। ਸੋ ਹਮੇਸ਼ਾ ਬੱਚਿਆਂ ਦੇ ਵਿੱਚ ਇਹੀ ਸੁਨੇਹਾ ਲੈ ਕੇ ਜਾਣ ਦੀ ਕੋਸ਼ਿਸ਼ ਜਿਹੜੀ ਹੈ ਕਰੀਦੀ ਹੈ। ਅੱਜ ਵੀ ਮੈਂ ਆਪਣੇ ਬੱਚਿਆਂ ਨੂੰ ਵੀਡੀਓ ਦੇ ਰਾਹੀਂ ਉਹਨਾਂ ਨੂੰ ਸੁਨੇਹਾ ਜਿਹੜਾ ਮੈਂ ਪਹੁੰਚਾ ਰਿਹਾ, ਸ਼ਹੀਦ ਊਧਮ ਸਿੰਘ ਜੀ ਬਾਰੇ ਜਾਣਕਾਰੀ ਜਿਹੜੀ ਆ ਉਹ ਭੇਜ ਰਿਹਾ। ਸੋ ਇਹ ਗੱਲ ਹੈ ਕਿ ਬੱਚਿਆਂ ਨੂੰ ਹਮੇਸ਼ਾ ਇਹੀ ਦੱਸਣ ਦੀ ਕੋਸ਼ਿਸ਼ ਕਰੀਦੀ ਹੈ ਕਿ ਬੇਇਨਸਾਫੀ, ਧੱਕਾ, ਜ਼ਬਰ ਦੇ ਵਿਰੁੱਧ ਅਸੀਂ ਚੁੱਪ ਨਹੀਂ ਰਹਿਣਾ। ਇਹੀ ਸਭ ਤੋਂ ਵੱਡੀ ਗੱਲ ਹੈ। ਬਿਲਕੁਲ, ਜ਼ਬਰ ਦੇ ਖਿਲਾਫ ਚੁੱਪ ਨਹੀਂ ਰਹਿਣਾ, ਇਹੀ ਸਭ ਤੋਂ ਵੱਡੀ ਗੱਲ ਹੈ। ਔਰ ਜਿਹੜੀ ਗੱਲ ਗੁਰਮੁਖ ਲੋਕ ਪ੍ਰੇਮੀ ਹੋਰਾਂ ਨੇ ਕਹੀ ਹੈ ਕਿ ਸੌਖਿਆਂ ਮਹਾਨ ਨਹੀਂ ਬਣਿਆ ਜਾ ਸਕਦਾ, ਉਹਦੇ ਲਈ ਔਕੜਾਂ ਵੀ ਚੱਲਣੀਆਂ ਪੈਂਦੀਆਂ ਆ। ਆਪਾਂ ਊਧਮ ਸਿੰਘ ਹੋਰਾਂ ਦੀ ਅੱਜ ਗੱਲ ਕਰ ਰਹੇ ਹਾਂ ਤੇ ਊਧਮ ਸਿੰਘ ਹੋਰਾਂ ਨੇ ਵੀ ਔਕੜਾਂ ਚੱਲੀਆਂ। ਹਾਲਾਂਕਿ ਇੱਕ ਤਰੀਕੇ ਨਾਲ ਅਨਾਥ ਵਾਂਗ ਉਹਨਾਂ ਨੇ ਜ਼ਿੰਦਗੀ ਆਪਣੀ ਬਸਰ ਕੀਤੀ, ਪਰ ਮੁਲਕ ਨੂੰ ਅਨਾਥ ਨਹੀਂ ਰਹਿਣ ਦਿੱਤਾ। ਔਕੜਾਂ ਆਪਣੇ ਪਿੰਡੇ ਤੇ ਚੱਲ ਰਹੀਆਂ। ਇੰਗਲੈਂਡ ਜਾ ਕੇ ਜਿਹੜਾ ਆ ਅਡਵਾਇਰ ਨੂੰ ਗੋਲੀ ਮਾਰਤੀ ਤੇ ਫਿਰ ਆਪਣੇ ਹੱਥ ਵੀ ਅੱਗੇ ਕਰਤੇ ਕਿ ਕਰ ਲਓ ਗ੍ਰਿਫਤਾਰ, ਮੈਂ ਜੋ ਕਰਨਾ ਸੀਗਾ ਉਹ ਕਰਤਾ ਆ ਤੇ ਮੈਂ ਜੋ ਸੁਨੇਹਾ ਦੇਣਾ ਸੀ ਉਹ ਸੁਨੇਹਾ ਦੇਤਾ ਆ। ਇਸ ਕਰਕੇ ਸਾਡੇ ਲੀਡਰਾਂ ਨੂੰ ਵੀ ਸਮਝਣਾ ਚਾਹੀਦਾ ਕਿ ਹੋ ਸਕਦਾ ਕਿ ਅੱਜ ਉਹਨਾਂ ਨੂੰ ਸੁਖਾਲੀਆਂ ਕੁਰਸੀਆਂ ਮਿਲ ਜਾਂਦੀਆਂ ਹੋਣਗੀਆਂ, ਉਹਨਾਂ ਤੋਂ ਗਾਂਹ ਉਹਨਾਂ ਦੇ ਪੁੱਤ ਪੋਤਿਆਂ ਨੂੰ ਸੌਖੀਆਂ ਕੁਰਸੀਆਂ ਮਿਲ ਜਾਂਦੀਆਂ ਹੋਣਗੀਆਂ, ਪਰ ਇਹ ਕੁਰਸੀਆਂ ਤੱਕ ਪਹੁੰਚਣ ਲਈ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਯਾਦ ਰੱਖਣ ਦੀ ਜ਼ਰੂਰਤ ਹੈ। ਤੇ ਜਿਹੜੇ ਸੁਪਨੇ ਉਹਨਾਂ ਨੇ ਸੰਜੋਏ ਸੀਗੇ ਕਿ ਇਸ ਮੁਲਕ ਦੇ ਲੋਕ ਆਜ਼ਾਦ ਫਿਜ਼ਾ ਦੇ ਵਿੱਚ ਇੰਜ ਜਿਉਣਗੇ, ਇੰਜ ਆਪਣੀਆਂ ਸਧਰਾਂ ਪੂਰੀਆਂ ਕਰਨਗੇ, ਉਹਨਾਂ ਸੁਪਨਿਆਂ ਦਾ ਵੀ ਉਹਨਾਂ ਨੂੰ ਖਿਆਲ ਰੱਖਣਾ ਪਏਗਾ। ਦੇਖੋ, ਜਿਹੜੇ ਸੁਪਨੇ ਲੈ ਕੇ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਸੀ, ਉਹ ਅੱਜ ਦਾ ਜੇ ਦੇਸ਼ ਦਾ ਮਾਹੌਲ ਦੇਖੀਏ ਤਾਂ ਉਹ ਤਾਂ ਨਹੀਂ ਪੂਰੇ ਹੋਏ। ਜੇ ਤੇ ਸਾਨੂੰ ਇਸ ਗੱਲ ਦਾ ਦੁੱਖ ਵੀ ਹੈ ਵੀ ਜੇ ਉਹਨਾਂ ਨੇ ਬਹੁਤ ਵੱਡੇ ਸੰਘਰਸ਼ ਲੜੇ ਸੀ, ਉਹਨਾਂ ਨੇ ਆਪਣੇ ਉਸ ਸੰਘਰਸ਼ ਨੂੰ ਆਪਣੇ ਖੂਨ ਨਾਲ ਸਿੰਜਿਆ ਸੀ, ਔਰ
ਉਹਨਾਂ ਨੇ ਸਿਰਫ ਇੱਕ ਦੇਸ਼ ਨੂੰ ਆਜ਼ਾਦ ਕਰਾਉਣ ਦਾ ਹੀ ਨਹੀਂ ਸੀ ਸੁਪਨਾ ਬ੍ਰਿਟਿਸ਼ ਸਾਮਰਾਜ ਤੋਂ ਲਿਆ, ਇੱਥੇ ਇੱਕ ਸਾਵਾਂ ਬਰਾਬਰੀ ਵਾਲਾ ਖੁਸ਼ਹਾਲ ਸਮਾਜ ਦੀ ਉਸਾਰੀ ਦਾ ਵੀ ਸੋਸ਼ਲਿਸਟ ਆਧਾਰਿਤ, ਜਿਹਦੇ ਵਿੱਚ ਸਭ ਲਈ ਇੱਕੋ ਜਿਹੇ ਮੌਕੇ ਹੋਣ, ਇੱਕ ਖੁਸ਼ਹਾਲ ਸਮਾਜ ਦੀ ਸਿਰਜਣਾ ਕੀਤੀ ਸੀ ਔਰ ਦੁਨੀਆ ਭਰ ਦੇ ਵਿੱਚ ਵਿਸ਼ਵ ਪੱਧਰ 'ਤੇ ਇੱਕ ਸ਼ਾਂਤਮਈ ਸਹਿ ਹੋਣ ਦੀ ਕਲਪਨਾ ਕੀਤੀ ਸੀ। ਪਰ ਅੱਜ ਜੋ ਦੇਸ਼ ਦੇ ਹਾਲਾਤ ਨੇ ਉਹਨਾਂ ਨੂੰ ਦੇਖ ਕੇ ਤਾਂ ਇਹ ਕਿਹਾ ਜਾ ਰਿਹਾ ਵੀ ਜਿਹੜਾ ਹੈਗਾ ਇਤਿਹਾਸ ਪੁੱਠਾ ਗੇੜ ਦੇ ਹੋਇਆ, ਇਹਦੇ ਵਿੱਚ ਬੜੇ ਕਾਰਨ ਹੈਗੇ ਨੇ, ਹੋ ਸਕਦੇ ਨੇ। ਅੱਜ ਜਦੋਂ ਅਸੀਂ ਸ਼ਹੀਦਾਂ ਦੇ ਦਿਨ ਨੇ, ਜਦੋਂ ਇਹਨਾਂ ਦੀਆਂ ਸ਼ਹਾਦਤਾਂ ਵਾਲੇ ਦਿਨ ਮਨਾਉਂਦੇ ਹਾਂ, ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ, ਅਤੇ ਨਿਸ਼ਚੇ ਹੀ ਜਿਹੜੀਆਂ ਧਿਰਾਂ ਉਸ ਮਹਾਨ ਜਿਹੜੇ ਬਾਬਿਆਂ ਦਾ ਵਿਰਸਾ ਹੈ, ਸ਼ਹੀਦਾਂ ਦਾ ਵਿਰਸਾ ਹੈ, ਉਹਨੂੰ ਲੈ ਕੇ ਅੱਗੇ ਲੜ ਰਹੀਆਂ ਨੇ, ਉਸ ਵੇਲੇ ਅੱਜ ਇੱਕ ਵੱਡਾ ਹੋਕਾ ਦੇਣ ਦੀ ਹੋਰ ਲੋੜ ਹੁੰਦੀ ਉਹਨਾਂ ਦਿਨਾਂ ਦੇ ਵਿੱਚ, ਤਾਂ ਕਿ ਲੋਕਾਂ ਨੂੰ ਜਾਗਰੂਕ ਕਰਕੇ ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਉਸ ਮੰਜ਼ਿਲ ਵੱਲ ਅੱਗੇ ਵਧਿਆ ਜਾਵੇ ਜਿਹਦੀ ਪ੍ਰਾਪਤੀ ਲਈ ਉਹਨਾਂ ਨੇ ਇਹ ਸੰਘਰਸ਼ ਕੀਤਾ ਸੀ, ਆਪਣੀਆਂ ਕੁਰਬਾਨੀਆਂ ਦਿੱਤੀਆਂ ਸੀ। ਅੱਛਾ, ਉਹਨਾਂ ਦੀ ਊਧਮ ਸਿੰਘ ਹੋਰਾਂ ਦੀ ਯਾਦਗਾਰ ਬਣਾਉਣ ਦੀ ਗੱਲ ਚੱਲੀ ਸੀ ਸੁਨਾਮ ਦੇ ਵਿੱਚ, ਉਹ ਨੀਹਾਂ ਜਿਹੀਆਂ ਹੀ ਭਰੀਆਂ ਹੋਈਆਂ ਨੇ, ਅਜੇ ਤੱਕ ਉਹਦੇ ਤੇ ਕੋਈ ਇਮਾਰਤ ਨਹੀਂ ਖੜ ਸਕੀ। ਸਰਕਾਰਾਂ ਆਈਆਂ, ਸਰਕਾਰਾਂ ਚਲੇ ਗਈਆਂ। ਲੱਗਦਾ ਹੈ ਕਿ ਸਿਰਫ ਇਹਨਾਂ ਸ਼ਹੀਦਾਂ ਦੇ ਨਾਮ ਤੇ ਸਿਆਸਤ ਕੀਤੀ ਜਾਂਦੀ ਹੈ। ਮੇਰੇ ਦੇਖੋ, ਮੈਂ ਜਿੱਥੇ ਤੱਕ ਗੱਲ ਹੈ ਕਿ ਨਾ ਯਾਦਗਾਰਾਂ ਬਣਾਉਣ ਦੀ, ਹੁਣ ਮੈਂ ਤੁਹਾਨੂੰ ਇੱਕ ਇਤਿਹਾਸ ਦੱਸਦਾ ਵੀ ਜਿਹੜੀਆਂ ਸਾਡੀ ਬਦਕਿਸਮਤੀ ਹਿੰਦੁਸਤਾਨ ਦੀ, ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ, ਮੈਂ ਅੱਜ ਦੀ ਗੱਲ ਨਹੀਂ ਕਰ ਰਿਹਾ, ਮੈਂ 47 ਤੋਂ ਆਜ਼ਾਦੀ ਤੋਂ ਬਾਅਦ ਵੀ ਜਿੰਨੀਆਂ ਵੀ ਸਰਕਾਰਾਂ ਬਣੀਆਂ ਨੇ ਕੇਂਦਰ 'ਚ ਹਕੂਮਤ ਜਿਨ੍ਹਾਂ ਦੀ, ਮੈਂ ਕੇਂਦਰ ਸਰਕਾਰ ਦੀ ਗੱਲ ਕਰਦਾ, ਇਹ ਜ਼ਿਆਦਾ ਉਹਨਾਂ 'ਤੇ ਡਿਪੈਂਡ ਕਰਦਾ, ਕਿਸੇ ਨੇ ਵੀ ਸਾਡੇ ਉਸ ਮਹਾਨ ਵਿਰਸੇ ਨੂੰ ਯਾਦ ਰੱਖਣ ਲਈ, ਉਹਨੂੰ ਇਤਿਹਾਸ ਦਾ ਹਿੱਸਾ ਬਣਾਉਣ ਲਈ, ਉਹਨਾਂ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣ ਲਈ ਕਦੀ ਵੀ ਸੰਜੀਦਾ ਨਹੀਂ ਚੁੱਕੇ। ਮੈਂ ਤੁਹਾਨੂੰ ਇਹਦੀ ਇੱਕ ਐਗਜ਼ਾਮਪਲ ਦਿੰਦਾ ਕਿ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ, ਦੇਸ਼ ਨੂੰ ਯਾਦ ਕਰਾਉਣ ਵਾਲੀ ਔਰ ਇੱਕ ਇਹੋ ਜਿਹਾ ਸੁਪਨਾ ਲੈਣ ਵਾਲੀ ਗਦਰ ਪਾਰਟੀ ਸੀ, ਜਿਹਨੇ ਸਭ ਤੋਂ ਪਹਿਲਾਂ ਇਸ ਸੰਘਰਸ਼ ਨੂੰ ਸ਼ੁਰੂ ਕੀਤਾ। 1914-15 'ਚ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਫਾਂਸੀਆਂ 'ਤੇ ਲੱਗੇ। ਇਸ ਗਦਰ ਪਾਰਟੀ ਦੇ ਵਿਰਸੇ ਨੂੰ, ਉਸ ਇਤਿਹਾਸ ਨੂੰ ਦੁਨੀਆ ਭਰ ਦੇ ਵਿੱਚ ਤਾਂ ਮਾਨਤਾ, ਪਰ ਹਿੰਦੁਸਤਾਨ ਦੇ ਵਿੱਚ ਕਈ ਸਾਲ ਇਸ ਪਾਰਟੀ ਦਾ ਨਾਂ ਤੱਕ ਨਹੀਂ ਲਿਆ। ਇਤਿਹਾਸ ਦੇ ਵਿੱਚ ਇਹਨੂੰ ਗਦਰ ਪਾਰਟੀ ਥਾਂ ਦੇ ਉੱਤੇ ਜੀ ਸਪੈਲਿੰਗ ਮਿਸਟੇਕ ਨਾਲ ਚਦਰ ਪਾਰਟੀ ਲਿਖੋਗੇ ਤਾਂ ਪਤਾ ਹੀ ਨਹੀਂ ਸੀ। ਇਹ ਗੱਲਾਂ ਐਵੇਂ ਨਹੀਂ ਹੋ ਜਾਂਦੀਆਂ, ਜਾਣ ਬੁੱਝ ਕੇ ਇਹ ਲੋਕ ਕਰਦੇ ਨੇ। ਇਸ ਤਰ੍ਹਾਂ ਦਾ ਹੋਰ ਬੜਾ ਕੁਛ ਹੋਇਆ। ਕਾਮਾਗਾਟਾ ਮਾਰੂ ਕਿੱਡੀ ਵੱਡੀ ਮੂਵਮੈਂਟ ਚੱਲੀ, ਕੂਕਾ ਮੂਵਮੈਂਟ ਕਿੱਡੀ ਵੱਡੀ ਆਜ਼ਾਦੀ ਸੀ। ਸਾਡੀ ਕੇਂਦਰ ਦੀ ਸਰਕਾਰ ਨੇ, ਉਸ ਵੇਲੇ ਵਾਜਪਾਈ ਤੇ ਅਡਵਾਨੀ ਉਹਨਾਂ ਦੀ ਸਰਕਾਰ ਸੀ, ਇਹਨਾਂ ਨੇ ਇਸ ਮੂਵਮੈਂਟ ਨੂੰ ਆਜ਼ਾਦੀ ਦਾ ਹਿੱਸਾ ਮੰਨਣ ਤੋਂ ਇਨਕਾਰ ਕਰਤਾ। ਦੇਸ਼ਵਾਦ ਯਾਦਗਾਰ ਕਮੇਟੀ ਨੇ ਇਹਦੇ ਖਿਲਾਫ ਲੜਾਈ ਲੜੀ, ਅਸੀਂ ਜੇਲ੍ਹਾਂ 'ਚ ਵੀ ਗਏ ਔਰ ਇਹਨਾਂ ਨੂੰ ਅਦਾਲਤੀ ਲੜਾਈ ਵੀ ਲੜੀ, ਲੋਕਾਂ ਨੂੰ ਜਾਗਰੂਕ ਕਰਕੇ ਇਹਨਾਂ ਲਹਿਰਾਂ ਨੂੰ ਮਾਨਤਾ ਦਵਾਈ ਵੀ ਆਜ਼ਾਦੀ ਸੰਗਰਾਮ ਦੀ। ਦੇਖੋ ਕਿੰਨੀ ਸਿਤਮ ਦੀ ਗੱਲ ਹੈ ਵੀ ਸਾਨੂੰ ਇਹਨਾਂ ਗੱਲਾਂ ਦੇ ਉੱਤੇ ਮਾਣ ਹੋਣਾ ਚਾਹੀਦਾ ਕੌਮਾਂ ਨੂੰ, ਵੀ ਇਹ ਸਾਡੇ ਸ਼ਹੀਦਾਂ 'ਤੇ, ਪਰ ਉਹਨਾਂ ਨੂੰ ਇਹ ਮਨਵਾਉਣ ਲਈ ਸਰਕਾਰਾਂ ਦੇ ਜਿਹੜੇ ਸੰਘਰਸ਼ ਕਰਨੇ ਪੈਣ ਲੋਕਾਂ ਨੂੰ, ਇਹ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ। ਆਹ ਜਿਹੜੀ ਸੰਸਥਾ 'ਚ ਬੈਠੇ ਹੋਏ ਆ, ਇੱਥੇ ਬਾਹਰ ਤੁਸੀਂ ਮੋਟਾ ਅੱਖਰਾਂ 'ਚ ਲਿਖਿਆ ਹੋਣਾ ਗਦਰ ਪਾਰਟੀ ਮਾਰਟੀਅਰਜ਼ ਮੈਮੋਰੀਅਲ, ਇਹ ਗਦਰ ਪਾਰਟੀ ਦੇ ਸ਼ਹੀਦਾਂ ਦੇ ਯਾਦਗਾਰ। ਇਹ ਉਹ ਸ਼ਹੀਦ ਸੀ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਔਰ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਉਹਨਾਂ ਨੇ, ਪਰ ਕਿਸੇ ਸਰਕਾਰ ਨੂੰ ਨਹੀਂ ਆਇਆ ਵੀ ਉਹਨਾਂ ਦੀ ਕੋਈ ਯਾਦਗਾਰ ਬਣਾਈਏ। ਇਹ ਜਿਹੜੇ ਉਹਨਾਂ ਦੇ ਸਾਥੀ ਜੇਲ੍ਹਾਂ ਦੇ ਵਿੱਚ ਉਮਰ ਕੈਦਾਂ ਕੱਟ ਕੇ ਆਏ ਬਾਹਰ, 20-20 ਸਾਲ 22-22 ਸਾਲ 24-24 ਸਾਲ ਜਿਨ੍ਹਾਂ ਨੇ ਕੈਦਾਂ ਕੱਟੀਆਂ, ਉਹਨਾਂ ਨੇ ਬਾਹਰ ਆ ਕੇ ਆਪਣੇ ਸਾਥੀਆਂ ਜਿਹੜੇ ਵਿਛੋੜਾ ਦੇ ਗਏ ਸੀ, ਫਾਂਸੀਆਂ ਲੱਗ ਗਏ ਸੀ ਜਾਂ ਜੇਲ੍ਹਾਂ ਦੇ ਵਿੱਚ ਸ਼ਹੀਦ ਹੋ ਗਏ ਸੀ, ਉਹਨਾਂ ਦੀ ਯਾਦਗਾਰ ਬਣਾਉਣ ਨੂੰ ਔਰ ਗਦਰ ਪਾਰਟੀ ਦਾ ਵਿਰਸਾ ਸੰਭਾਲਣ ਨੂੰ ਇਹ ਜਗ੍ਹਾ 4 ਏਕੜ ਮੁੱਲ ਲੈ ਕੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚੀਆਂ, ਲੋਕਾਂ ਤੋਂ ਪੈਸੇ ਇਕੱਠੇ ਕਰਕੇ ਇਹ ਲੋਕ ਪਬਲਿਕ ਫੰਡ ਇਕੱਠਾ ਕੀਤਾ ਔਰ ਇਹ ਯਾਦਗਾਰ ਉਹਨਾਂ ਨੇ ਆਪ ਬਣਾਈ, ਕਿਸੇ ਸਰਕਾਰ ਨੂੰ ਨਹੀਂ ਆਇਆ। ਇਹ ਹੁਣ ਇਹ ਵੀ ਮੰਨ ਕੇ ਚੱਲੀਏ ਫਿਰ ਸੁਨਾਮ ਦੇ ਵਿੱਚ ਜਿਹੜੀ ਯਾਦਗਾਰ ਅਜੇ ਬਣਨੀ ਆ, ਉਹ ਵੀ ਲੋਕਾਂ ਨੂੰ ਆਪ ਹੀ ਪੈਸੇ ਦੇਖੋ ਸਰਕਾਰਾਂ ਤੋਂ ਕਦੀ ਵੀ ਆਸ ਨਹੀਂ ਹੈਗੀ, ਨਾ ਉਹਨਾਂ ਦਾ ਏਜੰਡਾ ਹੈਗਾ, ਨਾ ਹੀ ਉਹ ਚਾਹੁੰਦੇ ਨੇ। ਹੁਣ ਦੇਸ਼ਵਾਦ ਯਾਦਗਾਰ ਹਾਲ ਦੇ ਵਿੱਚ ਕਦੀ ਕੋਈ ਮੰਤਰੀ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਵੱਡਾ ਲੀਡਰ, ਉਹ ਗਦਰ ਜਿਹੜੇ ਅੰਦਰ ਫੋਟੋ ਲੱਗੀਆਂ ਹੋਈਆਂ ਨੇ ਉਹਨਾਂ ਨਾਲ ਅੱਖ ਨਹੀਂ ਮਿਲਾ ਸਕਦਾ, ਨੀਵੀਂ ਪਾ ਕੇ ਲੰਘਦੇ, ਕਿ ਉਹਨਾਂ ਨੂੰ ਪਤਾ ਵੀ ਕਿਹੜੇ ਸੁਪਨੇ ਲਈ ਇਹ ਕੁਰਬਾਨੀਆਂ ਦਿੱਤੀਆਂ ਸੀ। ਇਹ ਹੋ ਕੀ ਰਿਹਾ ਮੁਲਕ 'ਚ ਉਹਨਾਂ ਨੇ ਇੱਕ ਬਰਾਬਰੀ ਵਾਲਾ ਸਮਾਜ ਸੀ ਸਿਰਜਣਾ ਲਈ ਇਹ ਕੁਰਬਾਨੀਆਂ ਕੀਤੀਆਂ ਸੀ। ਅਤੇ ਅੱਜ ਕੀ ਹੈ, ਅਮੀਰ ਗਰੀਬ ਦੇ ਨਾਂ ਉੱਤੇ ਗਰੀਬ ਨੂੰ ਹੋਰ ਗਰੀਬੀ ਵੱਲ ਧੱਕਿਆ ਜਾ ਰਿਹਾ, ਸਰਕਾਰਾਂ ਅਮੀਰਾਂ ਦਾ ਪੱਖ ਪਾਲ ਰਹੀਆਂ ਨੇ, ਜਾਤ ਪਾਤ ਦੇ ਨਾਂ 'ਤੇ ਲੋਕਾਂ ਨੂੰ ਲੜਾਇਆ ਜਾ ਰਿਹਾ, ਜਿੱਥੋਂ ਕਿ ਇਹ ਉਹਨਾਂ ਨੇ ਇੱਕ ਇਹ ਪਾੜਾ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ। ਅੱਜ ਦੀਆਂ ਸਰਕਾਰਾਂ ਇਹ ਪਾੜਾ ਵਧਾ ਰਹੀਆਂ ਨੇ।
ਔਰ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਦੀ ਗਰੀਬੀ ਦਾ, ਉਹਨਾਂ ਦੀ ਅਨਪੜ੍ਹਤਾ ਦਾ ਫਾਇਦਾ ਚੁੱਕ ਕੇ ਉਹਨਾਂ ਨੂੰ ਵੰਡ ਕੇ ਗੁੰਮਰਾਹ ਕਰਕੇ ਦੇਸ਼ ਦੇ ਵਿੱਚ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਨੇ ਵੀ ਇਹ ਦੇਸ਼ ਤਬਾਹੀ ਵੱਲ ਨੂੰ ਲਿਜਾ ਰਹੇ ਨੇ। ਔਰ ਗਰੀਬ ਦਾ ਖੂਨ ਨਿਚੋੜ ਕੇ ਜਿਹੜੀਆਂ ਅਮੀਰਾਂ ਦੀਆਂ ਤਿਜੋਰੀਆਂ ਭਰਨ ਦਾ ਸਿਲਸਿਲਾ ਜਾਰੀ ਹੈ ਔਰ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਜੋ ਹੋ ਰਿਹਾ ਇੱਥੇ। ਇਹ ਉਹਨਾਂ ਦੀਆਂ ਯਾਦਗਾਰਾਂ ਕਿਉਂ ਬਣਾਉਣਗੇ? ਸਿਆਸਤੀ ਕਰਨਗੇ। ਸ਼ਹੀਦਾਂ ਨੂੰ ਯਾਦ ਵੀ ਕੀਤਾ ਜਾਂਦਾ ਆ, ਉਹਨਾਂ ਦੇ ਬੁੱਤਾਂ ਦੇ ਉੱਤੇ ਹਾਰ ਵੀ ਪਹਿਨਾਏ ਜਾਂਦੇ ਆ, ਪਰ ਉਹਨਾਂ ਦੇ ਸੁਪਨਿਆਂ ਦੀ ਪਰਵਾਹ ਕਿੰਨੀ ਕੁ ਹੈ ਸਾਡੀਆਂ ਸਰਕਾਰਾਂ ਜਾਂ ਸਾਡੇ ਸਿਆਸਤਦਾਨਾਂ ਨੂੰ, ਇਸ ਗੱਲ ਤੋਂ ਅਸੀਂ ਭਲੀ ਭਾਂਤ ਜਾਣੂ ਹਾਂ। ਕਿਉਂਕਿ ਸੁਨਾਮ ਦੇ ਵਿੱਚ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਨੂੰ ਬਣਾਉਣ ਨੂੰ ਲੈ ਕੇ ਅਜੇ ਤੱਕ ਸਰਕਾਰਾਂ ਜਿਹੜੀਆਂ ਆ ਉਹ ਕੋਈ ਪੁਖਤਾ ਕਦਮ ਨਹੀਂ ਚੁੱਕ ਸਕੀਆਂ। ਪਰ ਸਾਡੀ ਕੋਸ਼ਿਸ਼ ਅੱਜ ਉਸ ਮਹਾਨ ਸਪੂਤ ਨੂੰ ਯਾਦ ਕਰਨਾ ਸੀ, ਉਹਦੇ ਸ਼ਹੀਦੀ ਦਿਨ ਦੇ ਉੱਤੇ ਸ਼ਰਧਾ ਸੁਮਨ ਆਪਣੇ ਤਰੀਕੇ ਨਾਲ ਭੇਂਟ ਕਰਨਾ ਸੀ। ਕੈਮਰਾਮੈਨ ਪ੍ਰਵੀਨ ਬੌਬੀ ਦੇ ਨਾਲ ਜਸਵੀਰ, ਟੀਵੀ ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।